ਆਦ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਆਦਿ ਕਰੋ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਮਹਿ ਉਚਾਰੇ। ਦੋਏ ਕਰ ਜੋਰ ਕਰੋ ਚਰਣਾ ਪਰ, ਜਾਉ ਸਦਾ ਗੁਰ ਕੋ ਵਿਹਾਰੇ। ਕਾਨ ਸੁਨੈ ਉਪਮਾ ਗੁਰ ਕੀ, ਗੁਰ ਮੂਰਤਿ ਧਿਆਨ ਹਿਰਦੈ ਮਹਿ ਧਾਰੇ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਨ ਗਏ ਦਰਬਾਰੇ। ਡੰਡੌਤ ਬੰਦਨ ਅਨੇਕ ਵਾਰ, ਸਰਵ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਹਰ ਹੱਥ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਵਾਸ। ਮੁਖ ਉਚਰੈ ਸ਼ਾਸਤਰ ਖਾਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਲੋ ਸੁਨੈ, ਜੋ ਕਾਲ ਕਿਰਪਾ ਕਰਾਏ। ਗੁਰੂ ਨਾਨਕ ਪਰਸ਼ੋਤਮ ਪਰਮ ਪਰਾਵਨਾਥ, ਜੁਗਲ ਚਰਨ ਮਮ ਬੰਦਨਾ, ਫਲ ਕਰ ਧਰ ਪਰਮਾਥ। ਗੁਰੂ ਨਾਨਕ ਸੁਖ ਸਿੰਧ ਕੋ, ਹਾਥ ਜੋਰ ਪ੍ਰਣਾਮ। ਜਿਸ ਕਰਨਾ ਤੇ ਬੜਿਆਗੇ, ਭਾਗ ਹੈ ਗਤ ਵਿਸ਼ਰਾਮ। ਸਗਲ ਗੁਨਾ ਕੇ ਦਾਤੇ ਸੁਆਮੀ, ਬਿਨੋ ਸੁਨੋ ਇਕ ਦੀਨਾ। ਦੇਹੋ ਦਰਸ ਨਾਨਕ ਬਲਿਹਾਰੀ, ਜੀੜਾ ਬਲ ਬਲ ਕੀਨਾ। ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹੱਲ ਪਹਿਲਾ। ਤਾਨ ਜਾਲ ਬਾਲ ਮਾਟੀ ਭਇਆ, ਮਾਨ ਮਾਇਆ ਮੋਹਿ ਮਨੂਰ। ਔਗਣ ਫਿਰ ਲਾਗੂ ਭਏ, ਕੂਰ ਵਜਾਵੈ ਤੂਰ। ਤਾਨ ਜਾਲ ਬਾਲ ਮਾਟੀ ਭਇਆ, ਮਾਨ ਮਾਇਆ ਮੋਹਿ ਮਨੂਰ। ਔਗਣ ਫੇਰ ਲਾਗੂ ਭਏ, ਕੂਰ ਵਜਾਵੈ ਤੂਰ। ਬਿਨ ਸ਼ਬਦੈ ਪਰਮਾਈਐ, ਦੁਬਿਧਾ ਡੋਬੇ ਪੂਰ। ਮਨ ਰੇ ਸ਼ਬਦ ਤਰਹੁ ਚਿਤ ਲਾਏ, ਜਿਨ ਗੁਰਮੁਖ ਨਾਮ ਨਾ ਬੁਝਿਆ। ਮਰ ਜਨਮੈ ਆਵੈ ਜਾਇ ਰਹਾਉ। ਤਨ ਸੂਚਾ ਸੋ ਆਖੀਐ, ਜਿਸ ਮਹਿ ਸਾਚਾ ਨਾਉ। ਭੈ ਸਚ ਰਾਤੀ ਦੇਹੁਰੀ, ਜਿਹਵਾ ਸੱਚ ਸੁਆਉ। ਸੱਚੀ ਨਦਰ ਨਿਹਾਲੀਐ, ਬਹੁੜ ਨਾ ਪਾਵੈ ਤਾਉ।
ਸਾਚੇ ਤੇ ਪਵਨਾ ਭਇਆ, ਪਵਨੈ ਤੇ ਜਾਲ ਹੋਏ। ਜਾਲ ਤੇ ਤ੍ਰਿਭਵਨ ਸਾਜਿਆ, ਘਾਟ ਘਾਟ ਜੋਤ ਸਮੋਏ। ਨਿਰਮਲ ਮੈਲਾ ਨਾ ਥੀਐ, ਸ਼ਬਦ ਰਤੇ ਪਤ ਹੋਏ। ਇਹੋ ਮਨ ਸਾਚ ਸੰਤੋਖਿਆ, ਨਦਰ ਕਰੇ ਤਿਸ ਮਾਹੇ। ਪੰਚ ਭੂਤ ਸੱਚ ਭੈ ਰਤੇ, ਜੋਤ ਸਚੀ ਮਨ ਮਾਹੇ। ਨਾਨਕ ਔਗਣ ਵਿਸਰੇ, ਗੁਰ ਰਾਖੇ ਪਤ ਤਾਹੇ। ਪੰਚ ਭੂਤ ਸੱਚ ਭੈ ਰਤੇ, ਜੋਤ ਸਚੀ ਮਨ ਮਾਹੇ। ਨਾਨਕ ਔਗਣ ਵਿਸਰੇ, ਗੁਰ ਰਾਖੇ ਪਤ ਤਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਵਛਲ ਕਰਨ ਨਿਧਾਨ, ਦੀਨਾ ਬੰਧੂ ਪਤਿਤ ਪਾਵਨ। ਜਗਤ ਗੁਰੂ ਨਿਰੰਜਨੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਦਾ ਸਦਕਾ ਖਾਲਸੇ ਦੀ ਜਨਮ ਭੂਮੀ ਪੰਜਾਂ ਤਖਤਾਂ ਵਿੱਚੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ, ਜਿਸ ਪਵਿੱਤਰ ਸਥਾਨ ਤੇ ਪਹਿਲੇ ਗੁਰੂਆਂ ਨੂੰ ਇਸ ਵਾਰੀ ਬੜੇ ਅਨੋਖੇ ਢੰਗ ਦੇ ਨਾਲ ਸਿੱਖੀ ਦੀ ਪਰਖ ਕੀਤੀ। ਜੋ ਪਰਖ ਵਿੱਚ ਪੂਰੇ ਉਤਰੇ, ਉਹਨਾਂ ਨੂੰ ਖੰਡੇ ਵਾਟੇ ਦੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਕੇ ਬਾਣੀ ਬਾਣਾ, ਰਹਿਤ ਮਰਜ਼ਾਦਾ, ਕਰੈਤਾਂ ਬਾਰੇ, ਨਿਤਨੇਮ ਔਰ ਸਿਮਰਨ ਬਾਰੇ ਸਾਰੀ ਵਿਚਾਰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਅਤੇ ਖਾਲਸੇ ਨਾਲ ਉਹ ਭੇਦਤਾ ਪਾਉਣ ਵਾਸਤੇ ਆਪ ਵੀ ਜਿੱਥੇ ਪੰਜਾਂ ਪਿਆਰਿਆਂ ਨੂੰ ਖੰਡੇ ਵੱਡੇ ਅੰਮ੍ਰਿਤ ਦੀ ਦਾਤ ਬਖਸ਼ੀ, ਉੱਥੇ ਉਸ ਪਵਿੱਤਰ ਦਾਤ ਨੂੰ ਅੰਮ੍ਰਿਤ ਨੂੰ ਪਾਨ ਕਰਨ ਵਾਸਤੇ ਸਤਿਗੁਰੂ ਜੀ ਨੇ ਪੰਜਾਂ ਪਿਆਰਿਆਂ ਅੱਗੇ ਅੰਮ੍ਰਿਤ ਦੀ ਪਵਿੱਤਰ ਮੰਗ ਕੀਤੀ। ਔਰ ਗੁਰੂ ਮਹਾਰਾਜ ਨੂੰ ਵੀ ਪੰਜਾਂ ਪਿਆਰਿਆਂ ਨੇ ਅੰਮ੍ਰਿਤ ਦੀ ਦਾਤ ਜੋ ਬਖਸ਼ਿਸ਼ ਹੋਈ, ਔਰ ਪੰਜਾਂ ਪਿਆਰਿਆਂ ਨੇ ਸੀਸ ਭੇਟ ਕਰਕੇ ਗੁਰੂ ਸਾਹਿਬ ਨੇ ਸਰਬੰਸ ਦਾਨ ਦੇਣ ਦਾ ਵਚਨ ਕੀਤਾ। ਔਰ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਫਿਰ ਬਾਬਾ ਗੋਬਿੰਦ ਸਿੰਘ ਆਪੇ ਗੁਰ ਚੇਲਾ ਅਭੇਦਤਾ ਵਰਤਾਈ ਹੈ। ਭਾਵੇਂ ਸਤਿਗੁਰੂ ਦੀ ਸਮਰੱਥ ਹੈ, ਇਹ ਖਾਲਸੇ ਨੂੰ ਉਹਨਾਂ ਨੇ ਮਹਾਨ ਬਖਸ਼ਿਸ਼ ਕੀਤੀ। ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਨੂੰ ਗੁਰੂ ਨਿਵਾਸ। ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ। ਇਹ ਪਵਿੱਤਰ ਸਥਾਨ ਹੈ। ਸੰਗਤਾਂ ਬੜੀ ਸ਼ਰਧਾ ਦੇ ਨਾਲ ਪਵਿੱਤਰ ਸਥਾਨ ਦੀ ਦਰਸ਼ਨ ਯਾਤਰਾ ਕਰਨ ਵਾਸਤੇ ਆਉਂਦੀ ਹੈ।
ਇਸ ਸਥਾਨ ਤੋਂ ਪ੍ਰੇਰਨਾ ਲੈ ਕੇ ਆਪਾਂ ਸਾਰਿਆਂ ਨੇ ਵੱਧ ਤੋਂ ਵੱਧ ਖੰਡੇ ਵਟ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨਾ ਹੈ। ਇਸ ਸਥਾਨ ਤੋਂ ਹੀ ਦਿੱਲੀ ਦਰਬਾਰ ਜ਼ਾਲਮ ਰਾਜ ਨੂੰ ਖਤਮ ਕਰਨ ਵਾਸਤੇ ਫਰਮਾਨ ਜਾਰੀ ਹੋਏ ਔਰ ਧਰਮ ਯੁੱਧ ਲੜੇ ਗਏ, ਜਿਨ੍ਹਾਂ ਵਿੱਚ ਖਾਲਸੇ ਨੂੰ ਤਕਰੀਬਨ 21 ਜੰਗਾਂ ਸਾਰਿਆਂ ਵਿੱਚ ਜਿੱਤਾਂ ਪ੍ਰਾਪਤ ਹੋਈਆਂ। ਜੋ ਮੁੱਦਾ ਸਮੇਂ ਦਾ ਹੰਕਾਰੀ ਔਰ ਜ਼ਾਲਮ ਮਤਾਸਰੀ ਸ਼ਰਈ ਔਰੰਗਜ਼ੇਬ ਸੀ। ਲੱਖਾਂ ਫੌਜਾਂ ਭੇਜ ਕੇ ਘੇਰੇ ਪਾਉਂਦਾ ਰਿਹਾ, ਪਰ ਹਰ ਥਾਂ ਸ਼ਿਕਸਤ ਹੀ ਮਿਲੀ ਔਰ ਹਰ ਫਰੰਟ ਤੇ ਫੇਲ ਹੋ ਕੇ ਗਿਆ। ਇਹ ਸੱਚ ਦਾ ਤਖਤ ਹੈ। ਸੋ ਇਸ ਵਾਸਤੇ ਬੜੇ ਭਾਗਾਂ ਦੇ ਨਾਲ ਪਵਿੱਤਰ ਸਥਾਨ ਦੀ ਯਾਤਰਾ ਕੀਤੀ ਜਾਂਦੀ ਹੈ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਕਿਰਪਾ ਕਰਕੇ ਜਗਤ ਮਾਤਾ ਨਾਨਕੀ ਜੀ ਦੇ ਨਾਮ ਤੇ ਇਸ ਨਗਰ ਨੂੰ ਵਸਾਇਆ। ਬੋੜੀ ਗੱਡੀ ਨਾਨਕੀ ਚੱਕ ਅੰਮ੍ਰਿਤ ਛਕਾ ਕੇ ਮਹਾਰਾਜ ਨੇ ਬੇਅੰਤ ਕੌਤਕ ਕੀਤੇ। ਆਨੰਦ ਦੀ ਪੁਰੀ ਬਣਾ ਕੇ ਇਸ ਦਾ ਨਾਮ ਸ਼੍ਰੀ ਅਨੰਦਪੁਰ ਸਾਹਿਬ ਰੱਖਿਆ, ਜੋ ਅੱਜ ਪ੍ਰਸਿੱਧ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਜੋ ਪਵਿੱਤਰ ਸਥਾਨ ਦੀ ਮਰਜ਼ਾਦਾ ਹੈ, ਗੁਰੂ ਮਹਾਰਾਜ ਦੇ ਪਾਵਨ ਦਰਬਾਰ ਵਿੱਚ ਪੰਜ ਬਾਣੀਆਂ ਦਾ ਨਿਤਨੇਮ, ਸ਼੍ਰੀ ਆਸਾ ਜੀ ਦੇ ਵਾਰ ਦਾ ਸੰਪੂਰਨ ਕੀਰਤਨ ਹਰਜਸ ਗੁਰੂ ਕੇ ਕੀਰਤਨੀਆਂ ਪਾਸੋਂ ਬੜੀ ਸ਼ਰਧਾ ਦੇ ਨਾਲ ਸਰਵਣ ਕੀਤਾ ਹੈ। ਸਿੰਘ ਸਾਹਿਬ ਜੀ ਜਾਂ ਜਿਨ੍ਹਾਂ ਗੁਰਸਿੱਖਾਂ ਦੀ ਸੇਵਾ ਲੱਗਦੀ ਹੈ, ਸਮੇਂ ਸਮੇਂ ਦੇ ਨਾਲ ਗੁਰੂ ਮਹਾਰਾਜ ਦੀ ਜੋ ਲੜੀਵਾਰ ਕਥਾ ਆਰੰਭ ਹੈ, ਉਹ ਆਪਾਂ ਸਰਵਣ ਕਰਕੇ ਲਾਹਾ ਪ੍ਰਾਪਤ ਕਰਦੇ ਹਾਂ। ਕਥਾ ਬੜੀ ਅਮੋਲਕ ਹੈ। ਦੁਨੀਆ ਦੇ ਸਾਰੇ ਪਦਾਰਥ ਆਪੋ ਆਪਣਾ ਸਥਾਨ ਰੱਖਦੇ ਹਨ, ਪਰ ਕਥਾ ਵਾਸਤੇ ਮਹਾਰਾਜ ਨੇ ਸ਼ਬਦ ਵਰਤੇ ਹਨ। ਸਭ ਤੇ ਉੱਤਮ ਹਰ ਕੀ ਕਥਾ। ਬਾਕੀ ਦਾ ਕਹਾਣੀਆਂ ਹੀ ਹਨ ਦੁਨੀਆ ਦੀਆਂ, ਜਿਹੜੀ ਨਿਰੰਕਾਰ ਦੇ ਗਿਆਨ ਚਰਚਾ ਕਥਾ ਹੈ, ਉਹ ਸਭ ਤੇ ਉੱਤਮ ਹੈ। ਉਹ ਨਾਮ ਸੁਣ ਦਰਦ ਦੁੱਖ ਕਥਾ। ਕਥਾ ਵਿੱਚ ਨਾਮ ਦੀ ਸਾਰੀ ਵਿਆਖਿਆ, ਇਹ ਸੁਣਨੇ ਨਾਲ ਦਰਦ ਪੀੜਾਂ ਦੁੱਖ ਜਿੰਨੇ ਆ ਉਹ ਸਾਰੇ ਦੂਰ ਹੋ ਜਾਂਦੇ ਹਨ। ਸੋ ਕਥਾ ਅੱਜ 19 ਅੰਗ ਤੇ ਪਹੁੰਚੀ। ਸਤਿਗੁਰ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ। ਜਿੱਥੇ ਵੀ ਜਾਂਦੇ ਸੀ ਸ਼੍ਰੀ ਮਰਦਾਨਾ ਜੀ ਨੂੰ ਰਵਾਬ ਵਜਾਓ ਭਾਈ ਬਾਣੀ ਆਈ ਹੈ, ਇਹ ਕਿਰਪਾ ਕਰਦੇ ਸੀ। ਸੰਗਤਾਂ ਨੂੰ ਫਿਰ ਸੁਣ ਪਈ ਲੱਗਦੀ, ਸਮਾਧੀਆਂ ਲੱਗ ਜਾਂਦੀਆਂ ਸੀ। ਫਿਰ ਸੰਗਤਾਂ ਨੇ ਬੇਨਤੀ ਕਰਨੀ, ਮਹਾਰਾਜ ਗੁਰੂ ਦੇ ਸ਼ਬਦ ਦਾ ਕੀਰਤਨ ਸੁਣ ਕੇ ਬੜਾ ਆਨੰਦ ਆਇਆ ਹੈ, ਮਨ ਟਿਕਿਆ, ਚੰਚਲਤਾ ਦੂਰ ਹੋਈ, ਸਮਾਧੀ ਲੱਗ ਗਈ ਹੈ, ਪਰ ਇਹਦਾ ਭਾਵ ਅਰਥ ਸਾਨੂੰ ਸਮਝ ਨਹੀਂ ਆਇਆ। ਇਹ ਮਹਾਰਾਜ ਨੇ ਕਿਰਪਾ ਆਪਣੇ ਮੁਖਾਰਬੰਦ ਤੋਂ ਕਰਨੀ ਕਿ ਇਸ ਦਾ ਪਰਮਾਰਥ ਸੁਣ। ਬਾਲਾ ਜੀ ਦੀ ਪ੍ਰਾਰਥਨਾ ਸਾਖੀ ਪੜ੍ਹੀਏ ਤੇ ਸ਼ਬਦ ਉਚਾਰੇ ਤੇ ਨਾਲ ਲਿਖਿਆ ਹੁੰਦਾ ਇਸ ਦਾ ਪਰਮਾਰਥ, ਪਰਮ ਵਿਸ਼ੇਸ਼ ਕਰਕੇ ਜਿਹੜਾ ਇਹਦਾ ਅਰਥ ਹੈ। ਔਰ ਇਹ ਸਰਵਣ ਕਰੀਏ ਸੱਚੇ ਵਾਹਿਗੁਰੂ ਦੀ ਬਾਣੀ ਦੀ ਜੋ ਕਥਾ ਹੈ। ਸੋ ਸਮੇਂ ਸਮੇਂ ਨਾਲ ਮਹਾਰਾਜ ਆਪ ਦੀ ਕਿਰਪਾ ਕਰਦੇ ਰਹੇ ਗੁਰੂ ਸਾਹਿਬ, ਤੇ ਜਿਨ੍ਹਾਂ ਗੁਰਸਿੱਖਾਂ ਦੇ ਮਿਹਰ ਹੋਈ ਉਹਨਾਂ ਨੇ ਵੀ ਬਖਸ਼ਾਂ ਪ੍ਰਾਪਤ ਕੀਤੀਆਂ, ਮੰਦੀਆਂ ਵੀ ਥਾਪੀਆਂ, ਪੀੜੇ ਵੀ ਦਿੱਤੇ। ਬੜੇ ਪ੍ਰਚਾਰਕ ਮਹਾਰਾਜ ਨੇ ਦੇਸਾਂ ਪ੍ਰਦੇਸਾਂ ਵਿਦਵਾਨ ਬਣਾ ਕੇ ਭੇਜੇ। ਔਰ ਦਸਮ ਪਾਤਸ਼ਾਹ ਜੀ ਨੇ ਕਿਤੇ
ਹੋਰ ਵੀ ਗੁਰਸਿੱਖਾਂ ਦੀ ਬੇਨਤੀ ਤੋਂ ਸ਼੍ਰੀ ਦਮਦਮਾ ਸਾਹਿਬ ਆਪਣੇ ਮੁਖਾਰਬਿੰਦ ਤੋਂ ਸਾਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਥਾ ਸੰਗਤਾਂ ਨੂੰ ਸਰਵਣ ਕਰਾਈ ਔਰ ਪੜ੍ਹਨ ਵਾਲੇ ਗੁਰਸਿੱਖਾਂ ਨੇ ਪੜ੍ਹਿਆ ਕਿ ਉਹਨਾਂ ਵਿੱਚੋਂ ਜਿਨ੍ਹਾਂ ਦੀ ਸੇਵਾ ਟਕਸਾਲਾਂ ਸੰਪਰਦਾਂ ਚਲਾਉਣ ਦੀ ਲਈ ਭਾਈ ਸਾਹਿਬ ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ, ਭਾਈ ਧਰਮ ਸਿੰਘ, ਭਾਈ ਦਇਆ ਸਿੰਘ ਔਰ ਜਿੱਥੇ ਜਿੱਥੇ ਵੀ ਮਹਾਂਪੁਰਖ ਗਏ ਉਹਨਾਂ ਨੇ ਜਿਹੜੀ ਨਾਮ ਬਾਣੀ ਭਗਤੀ ਦੀ ਖੁਸ਼ਬੂ ਸੀ ਬਾਣੀ ਦੀ ਅਰਥ ਵਿਆਖਿਆ ਕਰਕੇ ਇਹ ਸੰਤਾਂ ਦੀ ਵੰਡੀ ਅੱਜ ਵੀ ਵੰਡੀ ਜਾ ਰਹੀ ਹੈ। ਸੋ ਮਹਾਰਾਜ ਦੀ ਇਹ ਬੜੀ ਮਹਾਨ ਬਖਸ਼ਿਸ਼, ਇਹ ਗਿਆਨ ਦੀ ਵਰਸ਼ਾ ਜਿਹੜੀ ਹੈ ਗੁਰੂ ਮਹਾਰਾਜ ਦੇ ਪਾਵਨ ਤਖਤਾਂ 'ਤੇ ਹਮੇਸ਼ਾ ਹੁੰਦੀ ਹੈ, ਜਿਹਦੇ ਦੁਆਰਾ ਅੱਜ ਕਲਯੁਗ ਦੇ ਪ੍ਰਭਾਵ ਦੇ ਨਾਲ ਸੰਗਤ ਦਾ ਜੋਰ ਹੈ। ਕਲਯੁਗ ਜੀਵਾਂ ਦੇ ਹਿਰਦੇ ਕਲਰ ਉਸ਼ਰ ਭੂਮੀ ਨੂੰ ਬੜੇ ਖੁਸ਼ਕ ਨਾਸਤਕ ਬਣੇ ਹੋਏ ਹੈ। ਜਦੋਂ ਵਰਸ਼ਾ ਪੈਂਦੀ ਹੈ ਧਰਤੀ 'ਚ ਨਮੀ ਆਉਂਦੀ ਹੈ ਔਰ ਹਰ ਤਰ੍ਹਾਂ ਦੀ ਵਨਸਪਤੀ ਪ੍ਰਫੁੱਲਤ ਹੁੰਦੀ ਹੈ। ਜਦੋਂ ਬਾਣੀ ਗਿਆਨ ਦੀ ਵਰਸ਼ਾ ਹੁੰਦੀ ਹੈ ਉਹ ਜਿਹੜੇ ਨਾਸਤਕ ਉਹਨਾਂ 'ਚ ਵੀ ਆਸਤਕ ਭਾਵਨਾ ਪੈਦਾ ਹੋ ਕੇ ਸ਼ੁਭ ਗੁਣਾਂ ਦੀ ਅੰਗੂਰੀ ਜਿਹੜੀ ਹੈ ਉਹ ਫੁੱਟਦੀ ਹੈ। ਸੋ ਆਪ ਨੇ ਹਮੇਸ਼ਾ ਹੀ ਮਹਾਰਾਜ ਦੇ ਤਖਤ ਤੋਂ ਇਹ ਜੋ ਸੱਚ ਦੀ ਆਵਾਜ਼, ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਵੇਲਾ। ਸੋ ਇਸ ਵਾਸਤੇ ਅੱਜ ਵੀ ਸਾਨੂੰ ਮਹਾਰਾਜ ਨੇ ਪਵਿੱਤਰ ਸਾਨੂੰ ਬਖਸ਼ਿਸ਼ ਕੀਤਾ ਹੈ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਵਿੱਚੋਂ ਸ਼ਬਦ ਦੇ ਵਿਚਾਰ ਸਰਵਣ ਕਰਨੇ ਹੈ। ਮਨ ਵਰਤੀ ਦੀ ਇਕਾਗਰਤਾ ਵਾਸਤੇ, ਰਸਨਾ ਦੀ ਪਵਿੱਤਰਤਾ ਵਾਸਤੇ ਗੱਜ ਵੱਜ ਕੇ ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸ੍ਰੀ ਰਾਗ ਮਹੱਲਾ ਪਹਿਲਾ। ਸ੍ਰੀ ਰਾਗ ਰਾਗਾਂ ਵਿੱਚ ਸ੍ਰੀ ਰਾਗ ਹੈ। ਸ੍ਰੀ ਨਾਂ ਸ਼੍ਰੋਮਣੀ ਦਾ ਸਤਿਕਾਰ ਲਈ ਵਰਤਿਆ ਜਾਂਦਾ ਹੈ। ਸੋ ਇਸ ਵਾਸਤੇ ਇੱਥੇ ਕੰਨਾ ਨਹੀਂ ਪਾਇਆ, ਮਹੱਲ ਲਿਖਿਆ। ਇਹ ਮਹਾਰਾਜ ਦੀ ਆਪਣੀ ਮੌਜ ਹੈ, ਸੁਤੰਤਰ ਹੈ। ਬਸੰਤ ਦੀ ਵਾਰ ਨੇ ਰਾਗੀ ਚ ਪੜ੍ਹ ਕੇ ਗਏ, ਉੱਥੇ ਵੀ ਮਹੱਲੇ ਲਿਖਿਆ ਨਾ, ਬਸੰਤ ਦੀ ਵਾਰ ਮਹੱਲ ਪੰਜਵਾਂ। ਸਤਿਗੁਰੂ ਜੀ ਸੁਤੰਤਰ ਹੈ। ਇਹ ਬਾਣੀ ਮਤਲਬ ਦੁਨਿਆਵੀ ਗੱਲਾਂ ਦੇ ਅਧੀਨ ਨਹੀਂ, ਇਹ ਅਕਾਲ ਪੁਰਖ ਦੀ ਬਾਣੀ। ਉਹ ਅਕਾਲ ਪੁਰਖ ਦਾ ਸਰਗੁਣ ਸਰੂਪ ਸੀ। ਇਸ ਵਾਸਤੇ ਮਹਾਰਾਜ ਸ੍ਰੀ ਰਾਗ ਵਿੱਚ ਆਪੇ ਹੀ ਮਹੱਲ ਸਰੂਪ ਹੈ। ਸਤਿਗੁਰੂ ਜੀ ਪਹਿਲੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ। ਤਾਨ ਜਾਲ ਬਾਲ ਮਾਟੀ ਭਇਆ। ਗੁਰੂ ਮਹਾਰਾਜ ਵਿਚਰਦੇ ਹੋਏ ਜਾ ਰਹੇ ਸੀ। ਕੁਦਰਤੀ ਕਿਸੇ ਪੁਰਸ਼ ਦਾ ਸੰਸਕਾਰ ਹੋਇਆ ਕਿ ਉਸ ਦ੍ਰਿਸ਼ ਨੂੰ ਮੁਖਾਤਬ ਕਰਕੇ ਪਾਤਸ਼ਾਹ ਜੀ ਕਿਰਪਾਲਤਾ ਕਰਦੇ ਹਨ ਕਿ ਦੇਖੋ ਇਹ ਜਿਹੜਾ ਸਰੀਰ ਸੀ ਕਿਸ ਤਰ੍ਹਾਂ ਪਾਣੀ ਦੀ ਬੂੰਦ ਤੋਂ ਬਣਿਆ। ਬਿੰਦ ਤੇ ਜਨ ਪਿੰਡ ਕੀ ਆਗਨ ਪਿੰਡ ਰਹਾਇਆ। 10 ਮਾਸ ਮਾਤਾ ਉਦਰ ਰੱਖਦਾ ਬਹੁਤ ਲਾਗੀ ਮਾਇਆ। ਨਿਮਿਆ ਤੇ ਜੰਮਿਆ ਸ਼ਿਸ਼ੂ ਅਵਸਥਾ ਹੋਈ, ਬਾਲ ਅਵਸਥਾ ਹੋਈ, ਰੋਟੀ ਜਵਾਨ, ਅਧਪੜ ਬੁਢਾਪਾ, ਮੌਤ ਹੋ ਜਾਂਦੀ ਹੈ। ਕਿੰਨੇ ਚਾਵਾਂ ਮਲਾਰਾਂ ਦੇ ਨਾਲ ਪਾਲਿਆ ਗਿਆ, ਉਹਦੇ ਜਨਮ ਦਿਨ ਮਨਾਏ ਗਏ। ਅੱਜ ਉਹੀ ਸਰੀਰ ਜਿਹਦੇ ਵਿੱਚ ਕਈ ਵਾਰੀ ਬੜੀ ਆਕੜ ਹੁੰਦੀ ਹੈ, ਆਪਣੇ ਆਪ ਨੂੰ ਸੁੰਦਰ ਬਣਾਉਣ ਵਾਸਤੇ ਕਿੰਨੇ ਪ੍ਰਕਾਰ ਦੇ ਯਤਨ ਕਰਦਾ ਹੈ ਔਰ ਸਿਹਤਯਾਬੀ ਵਾਸਤੇ ਕਿੰਨੇ ਤਰ੍ਹਾਂ ਦੇ ਪਦਾਰਥ ਖਾਂਦਾ, ਵੈਦਾਂ ਹਕੀਮਾਂ ਡਾਕਟਰਾਂ ਦੀ ਸਹਾਇਤਾ ਲੈਂਦਾ ਹੈ। ਪਰ ਉਹ ਇੱਕ ਦਿਨ ਐਸਾ ਆ ਜਾਂਦਾ ਹੈ ਉਹ ਸਰੀਰ
ਜਦੋਂ ਜੋਬਨ ਵਿੱਚ ਸੀ, ਨੱਕ ਤੇ ਮੱਖੀ ਨਹੀਂ ਸੀ ਬਹਿਣ ਦਿੰਦਾ, ਕਿਸੇ ਦੀ ਗੱਲ ਬਰਦਾਸ਼ਤ ਨਹੀਂ ਸੀ ਕਰਦਾ। ਪਾਤਸ਼ਾਹ ਕਹਿੰਦੇ ਦੇਖੋ ਭਾਈ ਬਾਲਾ ਜੀ ਮਰਦਾਨਾ ਜੀ, ਅੱਜ ਉਹ ਵੀ ਸਰੀਰ ਹੈ, ਜਲ ਵੱਲ ਮਾਟੀ ਪਿਆ, ਜਲ ਗਿਆ, ਸੜ ਗਿਆ, ਬਾਲਣ ਵਿੱਚ ਰੱਖਿਆ ਚਿਖਾ ਵਿੱਚ, ਉਹ ਅੱਜ ਮਿੱਟੀ ਖਾਕ ਦਾ ਸਰੂਪ ਹੋ ਗਿਆ। ਤੇ ਬਾਬਾ ਫਰੀਦ ਸਾਹਿਬ ਨੇ ਤੇ ਖਾਕ ਦੀ ਬੜੀ ਵਡਿਆਈ ਕੀਤੀ। ਫਰੀਦਾ ਖਾਕ ਨਾ ਨੰਗੀ ਹੈ, ਖਾਕੂ ਜੜ ਨਾ ਕੋਈ, ਜੀਵਦਿਆਂ ਪੈਰਾਂ ਤਲੇ ਮੂੰਹਾਂ ਉੱਪਰ ਪੌਣ ਆਉਂਦੀ ਹੈ। ਉਹ ਜਿਹੜੀ ਰਾਖ ਉੱਡ ਉੱਡ ਕੇ ਕਿੱਥੇ ਚਲੇ ਜਾਂਦੀ ਹੈ। ਜੇ ਦਰਿਆ ਵਿੱਚ ਪ੍ਰਵਾਹ ਕਰਦੇ ਆ, ਉਹ ਬਹਿਣ ਵਿੱਚ ਬਹਿ ਕੇ ਕਿੱਥੇ ਸਮੁੰਦਰਾਂ ਵਿੱਚ ਪਹੁੰਚ ਜਾਂਦੀ ਹੈ ਔਰ ਮਿੱਟੀ ਮਿੱਟੀ ਵਿੱਚ ਰਲ ਜਾਂਦੀ ਹੈ। ਪਾਤਸ਼ਾਹ ਕਹਿੰਦੇ ਇਹ ਜਿਹੜਾ ਸਰੀਰ ਕੱਲ੍ਹ ਜਿੰਦਾ ਸੀ, ਅੱਜ ਇਹਦਾ ਸੰਸਕਾਰ ਹੋਇਆ, ਜਲ ਵੱਲ ਮਾਟੀ ਪਿਆ। ਔਰ ਇਸ ਤਰ੍ਹਾਂ ਕਹਿੰਦੇ ਅੱਜ ਇਹ ਸੜ ਵਲ ਕੇ ਮਿੱਟੀ ਦਾ ਰੂਪ ਹੋ ਗਿਆ ਹੈ। ਮਾਨ ਮਾਇਆ ਮੋਹੇ ਮਨੂਰਾ, ਇਹ ਜਿਹੜਾ ਮਨ ਆ ਮਾਇਆ ਦੇ ਮੋਹ ਵਿੱਚ ਪਿਆ ਹੋਇਆ ਮਨੂਰ, ਸਿਮਰਨ ਨਹੀਂ ਕੀਤਾ। ਜਿਵੇਂ ਲੋਹੇ ਦਾ ਜਗਾਲ ਨਿਕੰਮਾ ਹੁੰਦਾ ਨਾ, ਇਸ ਤਰ੍ਹਾਂ ਮਨੂਰ ਵਾਂਗੂ ਹੋ ਗਿਆ। ਇਹ ਲੋਹੇ ਦੇ ਜਗਾਲ ਵਾਂਗੂ ਨਿਕੰਮਾ ਬਣ ਗਿਆ ਹੈ, ਕਿਉਂਕਿ ਜਿਹੜੇ ਕੰਮ ਲਈ ਆਇਆ ਸੀ, ਇਹ ਮਨ ਮੇਰਿਆ ਤੂੰ ਸਦਾ ਸੱਚ ਸੰਭਾਲੇ, ਉਧਰ ਤਾਂ ਤੁਰਿਆ ਨਹੀਂ। ਕੂੜ ਵਾਲੇ ਪਾਸੇ, ਝੂਠ ਵਾਲੇ ਪਾਸੇ, ਨਿੰਦਿਆ ਚੁਗਲੀ, ਪ੍ਰੇਮ, ਧੋਖਾ, ਫੇਰਾ ਫੇਰੀ ਔਰ ਪਾਪ ਕਰਮਾਂ ਵਿੱਚ ਹੀ ਇਹਦੀ ਪ੍ਰਵਿਰਤੀ ਰਹੀ। ਇਹ ਵੀ ਮਨ ਮਨੂਰ ਵਾਂਗੂ ਬਿਲਕੁਲ ਨਿਕੰਮਾ ਬਣ ਗਿਆ ਹੈ। ਔਗਣ ਫੇਰ ਲਾਗੂ ਪਏ, ਜਦੋਂ ਫਿਰ ਸੰਗਤ ਨਹੀਂ ਕੀਤੀ, ਕੋਈ ਸੰਗਤ 'ਚ ਬੈਠਦਾ ਰਿਹਾ, ਜਿਹੜੇ ਔਗਣ ਸੀ ਇਹਦੇ ਤੇ ਲਾਗੂ ਹੋ ਗਏ। ਉਹਨਾਂ ਨੇ ਆਪਣਾ ਇਹਦੇ ਤੇ ਪ੍ਰਭਾਵ ਪਾ ਲਿਆ। ਜਿਵੇਂ ਜਿਹੜੀਆਂ ਸਰਕਾਰਾਂ ਆ, ਉਹ ਪ੍ਰਜਾ 'ਤੇ ਕਾਨੂੰਨ ਲਾਗੂ ਕਰ ਦਿੰਦੀਆਂ ਕਿ ਭਾਈ ਇਹਨਾਂ ਕਾਨੂੰਨਾਂ ਦੇ ਅਨੁਸਾਰ ਤੁਹਾਨੂੰ ਚੱਲਣਾ ਪਏਗਾ, ਇਹਨਾਂ ਨਿਯਮਾਂ ਵਿੱਚ ਚੱਲਣਾ ਪਏਗਾ, ਨਹੀਂ ਡੰਡ ਹੋਏਗਾ। ਤੇ ਜਿਹੜੇ ਕਾਨੂੰਨ ਚੱਲਦੇ ਆ, ਉਹਨਾਂ ਨੂੰ ਬਖਸ਼ੀਸ਼ ਵੀ ਮਿਲਦੀ ਹੈ, ਕਿਸੇ ਪਾਸੇ ਚਲੇ ਜਾਓ। ਕਹਿੰਦੇ ਫਿਰ ਜਿਹੜੇ ਔਗਣ ਸੀ ਨਾ, ਉਹਨਾਂ ਦੀ ਲਾਗ ਲੱਗ ਗਈ। ਔਗਣ ਜਿਹੜੇ ਸੀ ਉਹ ਇਹਦੇ ਅੰਦਰ ਪੈਦਾ ਹੋ ਗਏ। ਉਹਨਾਂ ਔਗਣਾਂ ਨੇ ਕਦੀ ਵਕਾਰ ਵਿਰਤੀ ਆ ਗਈ, ਕਦੀ ਕ੍ਰੋਧ ਵਿਰਤੀ ਆ ਗਈ, ਕਦੀ ਮੋਹ ਵਿਰਤੀ ਆ ਗਈ, ਕਦੀ ਲੋਭ ਵਾਲੀ, ਕਦੀ ਇਸ ਤਰ੍ਹਾਂ ਹੰਕਾਰ ਵਿਰਤੀ ਆ ਗਈ, ਕਦੀ ਨਿੰਦਿਆ ਵਾਲਾ ਭਾਵ, ਕਦੀ ਚੁਗਲੀਆਂ ਵਾਲਾ ਭਾਵ, ਕਦੀ ਰਾਗ, ਕਦੀ ਦਵੈਸ਼, ਕਦੀ ਪਰਮਾਨ ਵਿਰਤੀ ਆ ਗਈ, ਕਦੀ ਸਿਮਰਤੀ ਵਿਰਤੀ ਆ ਗਈ, ਕਦੀ ਵਪਰਜੇ ਵਿਰਤੀ ਆ ਗਈ ਔਰ ਕਦੀ ਨਿੰਦਰਾ ਵਾਲੀ ਵਿਰਤੀ ਆ ਗਈ, ਕਦੀ ਸਿਮਰਤੀ ਵਿਰਤੀ ਆ ਗਈ। ਇਹ 5 ਪ੍ਰਕਾਰ ਦੇ ਇਹ ਸਾਰੇ ਔਗਣ ਇਹਦੇ ਤੇ ਲਾਗੂ ਹੋ ਜਾਂਦੇ। ਉਹ ਆਪਣਾ ਇਹਦੇ ਉੱਪਰ ਪ੍ਰਭਾਵ ਬਣਾ ਲੈਂਦੇ। ਅਤੇ ਜੇ ਸੰਗਤ ਕਰਦੇ ਰਹੀਏ ਫਿਰ ਸੋਝੀ ਹੁੰਦੀ ਹੈ ਔਰ ਇਹਨੂੰ ਪਾਪ ਕਰਮਾਂ ਤੋਂ ਬਚਦਾ। ਫਿਰ ਅੰਦਰ ਸਤ, ਸੰਤੋਖ, ਦਇਆ, ਧਰਮ, ਧੀਰਜ ਔਰ ਗਿਆਨ, ਵਿਵੇਕ ਵਗੈਰਾ ਔਰ ਇਸੇ ਤਰ੍ਹਾਂ ਫਿਰ ਕਰਨਾ, ਮੈਤਰੀਆ, ਮੁਦਤਾ, ਅਪੇਖਿਆ ਆਦਿਕ, ਇਹ ਜਿਹੜੀਆਂ ਪਵਿੱਤਰ ਬਿਰਤੀਆਂ ਇਹ ਪੈਦਾ ਹੋ ਜਾਂਦੀਆਂ ਹਨ। ਅਤੇ ਜੇ ਸੰਗਤ ਨਹੀਂ ਕਰਦੇ, ਨਾਮ ਬਾਣੀ ਦਾ ਅਭਿਆਸ ਨਹੀਂ ਕਰਦੇ, ਸੇਵਾ ਨਹੀਂ ਕਰਦੇ, ਫਿਰ ਇਹ ਜਿਹੜੇ ਔਗਣ ਆ ਇਹ ਆਪਣਾ ਇਹਦੇ ਅੰਦਰ ਪ੍ਰਭਾਵ ਬਣਾ ਲੈਂਦੇ ਹਨ। ਕੂਰਵ ਜਾਵੇ ਤੂਰਾ, ਫਿਰ ਝੂਠ ਇਹਨਾਂ ਦਾ ਸਰਦਾਰ ਬਣ ਕੇ ਨਾ ਤੂਰ ਬਾਜਾ ਵਜਾਉਂਦਾ, ਭਾਵ ਕੂੜ ਦਾ ਹੀ ਫਿਰ ਬੋਲ ਵਾਲਾ ਹੁੰਦਾ। 4 ਸਵੇਰੇ ਅੱਜ ਜਿਵੇਂ ਕਲਯੁਗ ਦਾ ਸਮਾਂ, ਨਾ ਕੋਈ ਧਰਮ ਆ, ਨਾ ਕੋਈ ਧੜੇ ਰਹਿ ਗਿਆ ਕਿਸੇ ਦਾ।
ਛੋਟੇ ਛੜੇ ਪੇ ਸੰਸਾਰ ਲਾਉਂਦਾ ਜਾ ਰਿਹਾ। ਇੱਧਰੋਂ ਖੈਰ ਨਹੀਂ ਪਈ, ਦੂਏ ਪਾਸੇ ਦੌੜ ਗਿਆ, ਦੂਏ ਪਾਸੇ ਦੌੜ ਗਿਆ। ਰਾਜਨੀਤਿਕਾਂ ਦਾ ਦੇਖ ਲਓ, ਦੂਜਿਆਂ ਤੀਜਾਂ ਦਾ, ਕੋਈ ਕਿਸੇ ਪਾਸੇ ਉੱਤੇ ਟਕਾ ਵਾਲੀ ਵਿਅਕਤੀ ਨਹੀਂ। ਝੂਠ ਦਾ ਬੋਲ ਵਾਲਾ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਉਹਨੇ ਰਾਗੀ ਸਿੰਘ ਕੀਰਤਨ ਕਰਕੇ ਗਏ ਸ਼੍ਰੀ ਆਸਾ ਦੀ ਵਾਰ ਵਿੱਚ। ਮਹਾਰਾਜ ਨੇ ਜਾਣੇ ਪਹਿਲੇ ਦੱਸ ਹੈ, ਉਹ ਸਾਰੇ ਸ਼ਬਦ ਵਿੱਚ ਕੂੜ ਦਾ ਹੀ ਦੱਸੇ। ਬੋਲ ਵਾਲਾ ਚਾਰ ਫੇਰੇ ਹੋਇਆ ਕਹਿੰਦੇ ਝੂਠ ਜਿਹੜਾ ਹੈ ਆਪਣਾ ਬਾਜਾ ਵਜਾ ਰਿਹਾ ਹੈ। ਬਿਨ ਸ਼ਬਦ ਪਰਮਾਈਐ। ਕਿਉਂ ਭਰਮ ਜਾਂਦੇ ਆ? ਇਹਨਾਂ ਕੋਈ ਸ਼ਬਦ ਨਹੀਂ, ਵਿਚਾਰ ਨਹੀਂ, ਗਿਆਨ ਨਹੀਂ, ਵਿਵੇਕ ਬੁੱਧੀ ਨਹੀਂ ਹੈ। ਜਿਨ੍ਹਾਂ ਨੂੰ ਇਹ ਚੀਜ਼ਾਂ ਪ੍ਰਾਪਤ ਹੋ ਗਈਆਂ ਸੀ, ਭਾਈ ਸਾਹਿਬ, ਭਾਈ ਮਨੀ ਸਿੰਘ ਸਾਹਿਬ ਗਿਆਨੀ ਸੀਗੇ, ਬਾਬਾ ਦੀਪ ਸਿੰਘ ਵੀ ਗਿਆਨੀ ਸੀ, ਬਾਬਾ ਗੁਰਬਖਸ਼ ਸਿੰਘ ਗਿਆਨੀ ਸੀ। ਗਿਆਨੀਆਂ ਨੇ ਸੀਸ ਭੇਟ ਕੀਤੇ, ਗਿਆਨੀਆਂ ਨੇ ਬੰਦ ਕਟਵਾਏ, ਗਿਆਨੀਆਂ ਨੇ ਧਰਮ ਵਿਰੁੱਧ ਲੜ ਕੇ ਜਰਵਾਣਿਆਂ ਤੋਂ ਕਿੰਨੀਆਂ ਲੜਕੀਆਂ ਛਡਾਈਆਂ। ਇਹਨਾਂ ਗਿਆਨੀ ਲੋਕਾਂ ਨੇ ਹਰਿਮੰਦਰ ਸਾਹਿਬ ਵਾਸਤੇ ਆਪਣਾ ਕੁਰਬਾਨ ਕੀਤਾ। ਇਹ ਵਿਦਵਾਨ ਲੋਕ ਸੀ। ਸੋ ਇਸ ਵਾਸਤੇ ਕਹਿੰਦੇ ਵੀ ਉਹਨਾਂ ਨੂੰ ਭਰਮਾ ਨਹੀਂ ਸਕੇ। ਬੜੇ ਲਾਲਚ ਦਿੱਤੇ, ਚੰਗੇ ਘਰ ਵਿਆਹ ਹੋ ਜਾਣਗੇ, ਜਗੀਰਾਂ ਮਿਲ ਜਾਣਗੀਆਂ, ਉੱਚੀਆਂ ਪਦਵੀਆਂ ਮਿਲ ਜਾਣਗੀਆਂ, ਪਰ ਜਿੰਨਾ ਸੰਸਾਰ ਆ ਉਹ ਮਾਇਆ ਪਦਾਰਥਾਂ ਨੂੰ ਦੇਖ ਕੇ, ਚਾਹੇ ਜੜ ਰੂਪ ਹੈ ਚਾਹੇ ਚੇਤਨ ਰੂਪ ਹੈ, ਭਰਮ ਜਾਂਦਾ ਹੈ। ਪਰ ਜਿਹੜੇ ਇਸ ਤਰ੍ਹਾਂ ਦੇ ਗਿਆਨਵਾਨ ਉਹ ਨਹੀਂ ਪਾਉਂਦੇ। ਤੇ ਬਾਕੀ ਜਿੰਨਾ ਸੰਸਾਰ ਆ ਉਹ ਭਰਮ ਦੇ ਵਿੱਚ ਪਿਆ ਹੋਇਆ, ਬਹੁਤ ਤਰ੍ਹਾਂ ਦੀਆਂ ਗਲਤੀਆਂ ਵਗੈਰਾ ਵੀ ਕਰਦਾ ਹੈ। ਪਾਤਸ਼ਾਹ ਕਹਿੰਦੇ ਉਹ ਜਿਹੜੇ ਮਨਮੁਖ ਉਹ ਮਾਇਆ ਦੇ ਮੋਹ ਵਿੱਚ ਭਰਮਾਏ ਹੋਏ ਹਨ। ਦੁਬਿਧਾ ਡੋਬੇ ਪੂਰਾ। ਦੁਬਦਾ ਵਿਅਕਤੀ ਸੀ ਨਾ, ਰਾਗ ਤੇ ਦਵੈਸ਼, ਕਿਸੇ ਨਾਲ ਝੂਠਾ ਮੋਹ ਕਰਨਾ। ਹੁਣ ਜਿਹੜਾ ਧਿਰਤਰਾਸ਼ਟਰ ਸੀ, ਆਪਣੇ ਪੁੱਤ ਦਾ ਝੂਠਾ ਮੋਹ ਸੀ। ਉਹ ਰਾਜ ਤੇ ਪਾਂਡਵਾਂ ਦਾ ਸੀ, ਉਹਨਾਂ ਦਾ ਪਿਤਾ ਗੁਜ਼ਰ ਗਿਆ, ਉਹ ਨਾਬਾਲਗ ਸੀਗੇ। ਇਹਨੂੰ ਸਰਪ੍ਰਸਤ ਬਣਾਇਆ ਸੀ ਤੇ ਜਦੋਂ ਇਹ ਬਾਲਗ ਹੋ ਜਾਣਗੇ ਤੇ ਇਹਨਾਂ ਨੂੰ ਤੂੰ ਰਾਜ ਮੋੜ ਦੇਣਾ। ਪਰ ਜਿਹੜੇ ਹੱਥ ਸੱਤਾ ਆ ਜਾਂਦੀ ਹੈ, ਪੁੱਤਰਾਂ ਦਾ ਮੋਹ ਸੀ ਤੇ ਛੱਡਣ ਨੂੰ ਕਿਹਦਾ ਚਿੱਤ ਕਰਦਾ ਹੋਰ ਸੀ। ਤੇ ਫਿਰ ਕ੍ਰਿਸ਼ਨ ਮਹਾਰਾਜ ਦੇ ਲਵਾਬ ਖੁਦ ਭਗਵਾਨ ਸੀ, ਜਾ ਸਮਝਾਉਂਦੇ ਰਹੇ। ਮਨ ਵੀ ਜਾਣਾ, ਮੁੜ ਕੇ ਫਿਰ ਕੀ ਕਰਾਂ ਜੀ, ਪੁੱਤ ਦਾ ਮੋਹ। ਕਹਿੰਦੇ ਤਾਇਆ ਜੀ ਦੇਖ ਲਓ, ਮੋਹ ਕਰੋ ਸੱਚ ਨਾਲ ਪਿਆਰ ਕਰੋ, ਝੂਠ ਨਾ ਕਰੋ। ਪਰ ਮੰਨਿਆ ਨਹੀਂ। ਕਹਿੰਦੇ ਦੇਖ ਲਓ, ਓੜਕ ਧਰਮ ਦੀ ਜਿੱਤ ਹੁੰਦੀ ਹੈ। ਧਰਮੀ ਬੰਦੇ ਹੀ ਰਾਜ ਸੱਤਾ ਤੇ ਇੱਕ ਦਿਨ ਕਾਂ ਹੋਣਗੇ। ਝੂਠ ਦਾ ਬੋਲ ਵਾਲਾ ਹਮੇਸ਼ਾ ਨਹੀਂ ਹੁੰਦਾ। ਝੂਠ ਤਾਂ ਐਵੇਂ ਖੋਰੀ ਦੀ ਅੱਗ ਹੁੰਦੀ ਹੈ। ਇੱਕ ਵਾਰੀ ਤਾਂ ਭੂਖਾ ਜਿਹਾ ਬੜਾ ਉੱਠੂਗਾ, ਜਿਹੜੇ ਸੜ ਜਾਏ ਮੁੜ ਕੇ ਭਾਂਡੇ ਵਾਂਝਣ ਨੂੰ ਸੁਆਹ ਨਹੀਂ ਲਾਈਦੀ ਹੁੰਦੀ। ਇਸ ਤਰ੍ਹਾਂ ਜਿਹੜਾ ਪਖੰਡ ਹੁੰਦਾ ਇੱਕਦਮ ਫੈਲਦਾ ਬਹੁਤ ਹੁੰਦਾ, ਬਾਅਦ ਵਿੱਚ ਨਹੀਂ ਕੁਝ ਬਚਦਾ। ਸੋ ਇਸ ਵਾਸਤੇ ਇਹਦੇ ਵੱਲੋਂ ਮਹਾਂਭਾਰਤ ਦਾ ਯੁੱਧ ਹੋਇਆ। 18 ਮੁਨੀਆਂ ਤੱਕ ਪੁੱਤ ਵੀ ਮਾਰਿਆ ਗਿਆ। ਉਸੇ ਦਿੱਲੀ ਦਰਬਾਰ ਦੇ ਉੱਤੇ ਮਹਾਰਾਜਾ ਯੁਧਿਸ਼ਠਿਰ, ਪਾਂਡਵ, ਦ੍ਰੋਪਦੀ ਉਹ ਸੁਸ਼ੋਭਿਤ ਹੋਏ, ਜਿਹਦੀ ਪੱਤ ਹੇਠ ਚਾਹੁੰਦੇ ਸੀ। ਉਹਦੀ ਪੱਤ ਤਾਂ ਮਾਲਕ ਨੇ ਰੱਖੀ ਸੱਚਿਆਂ ਦੀ, ਇਹਨਾਂ ਦੇ ਭਲੇ ਰਿਹਾ ਕੁਛ ਨਹੀਂ। ਸੋ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੁਬਦਾ ਡੋਬ ਹੈ। ਇਹ ਜਿਹੜੀ ਦੁਬਦਾ ਵਿਅਕਤੀ ਹੈ, ਰਾਗ ਤੇ ਦਵੈਸ਼ ਵਾਲੀ ਵਿਅਕਤੀ ਹੈ, ਇਹਨਾਂ ਨਾਲ ਦਵੈਸ਼ ਕਰਦਾ ਸੀ, ਭਤੀਜਿਆਂ ਨਾਲ, ਪੁੱਤਾਂ ਨਾਲ ਮੋਹ ਕਰਦਾ ਸੀ। ਦੋਸ਼ ਨੇ ਕਹਿੰਦੇ ਪੂਰਾਂ ਦੇ ਪੂਰ ਡੋਬ ਦਿੱਤੇ, 18 ਉਣੀਆਂ ਤੱਕ ਵਿੱਚ। ਰਾਵਣ ਨੇ ਸੀਤਾ
ਉਹਦੇ ਸਰੀਰ ਦਾ ਮੋਹ ਕੀਤਾ। ਰਾਮਚੰਦਰ ਨਾਲ ਦਵੈਸ਼ ਕੀਤੀ। 1 ਲੱਖ ਪੂਤ 1.25 ਲੱਖ ਨਾਤੀ ਤੇ ਰਾਵਣ ਕਰ ਦਿਆ ਨਵਕ, ਕਿਉਂਕਿ 2.25 ਲੱਖ ਰਾਵਣ ਦੀ ਵੰਸ਼ ਦੇ ਲੋਕ ਲੰਕਾ 'ਚ ਰਹਿੰਦੇ ਸੀ। 2.25 ਲੱਖ ਤਾਂ ਲੈ ਗਿਆ, 2.25 ਲੱਖ ਸੀ। ਜਿਵੇਂ ਹੁਣ ਮੋਗਾ ਸ਼ਹਿਰ ਆ ਨਾ, ਮੋਗਾ ਗਿੱਲਾਂ ਦਾ ਬੜਾ ਹੋਇਆ, ਗਿੱਲਾਂ ਦੇ 42 ਪਿੰਡ ਕਹਿ ਦਿੰਦੇ ਆ ਮੋਗੇ ਦੇ ਪੁੱਤ ਪੋਤੇ। ਮੋਗੇ ਦੇ ਤਾਂ ਉਹ 5-7 ਹੋਣਗੇ, ਪਰ ਉਹ ਵੱਧਦੇ ਵੱਧ ਗਏ, ਅੱਜ ਉਹ ਲੱਖਾਂ। ਇਸ ਤਰ੍ਹਾਂ ਇਹ ਲਿਖਣ ਦਾ ਮਤਲਬ ਇਹ ਹੈ 1 ਲੱਖ ਪੁੱਤ ਤੇ 2.25 ਲੱਖ ਪੋਤਾ ਤਾਂ ਮੰਨਿਆ ਨਹੀਂ ਨਾ ਜਾਂਦਾ। ਮਤਲਬ ਜਿਹੜੇ ਰਾਵਣ ਦੇ ਖੂਨੀ ਨਾਤੇ ਦੇ ਬੰਦੇ ਸੀ ਉਹ ਲੰਕਾ ਵਿੱਚ 2.25 ਲੱਖ ਸੀ। ਤੇ ਐਡਾ ਵੱਡਾ ਮਤਲਬ ਉਹਦਾ ਪਰਿਵਾਰ ਗਾਂ ਤੇ ਗਾਂ ਵਧਿਆ ਸੀ। ਉਸ ਰਣ ਭੂਮੀ ਵਿੱਚ ਮਾਰੇ ਗਏ। ਤੇ ਅੱਜ ਕਹਿੰਦੇ ਦੀਵਾ ਬੱਤੀ ਬਾਲਣ ਵਾਲਾ ਨੂੰ ਇਹ ਕਿਨ ਪੂਰ ਡੋਬੇ ਦੁਬਦਾ। ਇਸ ਦੁਬਦਾ ਬਹੁਤੇ ਘਰ ਗੱਲ ਹੈ। ਇਹਦੇ ਵਾਸਤੇ ਵੀ ਦੁਬਦਾ ਵਾਸਤੇ ਇੱਕ ਸ਼ਬਦ ਪੂਰਾ ਗੁਰੂ ਗ੍ਰੰਥ ਸਾਹਿਬ ਲਿਖਿਆ, ਪੂਰਾ ਸ਼ਬਦ ਲਿਖਿਆ। ਇਸ ਵਾਸਤੇ ਪਾਤਸ਼ਾਹ ਕਹਿੰਦੇ ਜਦੋਂ ਹੰਕਾਰ ਵਿੱਚ ਆਉਂਦਾ ਰਾਜ ਸੱਤਾ ਨੂੰ ਪਾ ਕੇ ਉਹ ਕਰਮ ਕਰਦਾ ਹੈ, ਇਸ ਦੁਬਦਾ ਨੇ ਪੂਰਾਂ ਦੇ ਪੂਰ ਡੋਬ ਦਿੱਤੇ ਹਨ। ਮਨ ਰੇ ਸ਼ਬਦ ਤਰਹੁ ਚਿਤ ਲਾਏ। ਮਹਾਰਾਜ ਤਰਿਆ ਕਿਵੇਂ ਜਾਏ, ਮਨ ਨੂੰ ਤਾਂ ਡੁੱਬ ਰਿਹਾ। ਗੁਰਮੁਖਾਂ ਵਾਸਤੇ ਵੀ ਕਿਰਪਾ ਕਰ ਦਿਓ। ਸੰਬੋਧਨ ਕਰਕੇ ਮਨ ਉੱਤਮ ਭਗਤ ਆਪਣੇ ਮਨ ਨੂੰ ਸਾਖੀ ਜਾਣ ਕੇ ਵਚਨ ਕਰਦਾ। ਫਿਰ ਪੜੋ। ਮਨ ਰੇ ਸ਼ਬਦ ਤਰਹੁ ਚਿਤ ਲਾਏ। ਇਹ ਮਨਾ ਜੇ ਸ਼ਬਦ ਨਾ ਲੱਗ ਜਾਗਾ। ਦੇਖੋ ਇੱਕ ਗਲਿਆ ਸੰਤਰਾ ਰੇੜੀ 'ਚ ਰੱਖ ਦਿਓ, ਉਹਦੀ ਲਾਗ ਸਾਰਿਆਂ ਨੂੰ ਬਾਲ ਦਿੰਦੀ। ਇੱਕ ਜਿਹੜਾ ਕੁਕਰਮੀ ਬੰਦਾ, ਉਹਦੀ ਇੱਕ ਸੰਗਤ ਕਿੰਨਿਆਂ ਨੂੰ ਬਰਬਾਦ ਕਰ ਦਿੰਦੀ। ਇੱਕ ਪਵਿੱਤਰ ਪੁਰਸ਼ ਆ ਜਾਏ, ਭਾਈ ਗੁਰਦਾਸ ਆਸ਼ੀ ਜਗਾਏ, ਉੱਥੇ ਰਾਜੇ ਸਮੇਤ ਕਿੰਨੀ ਪਰ ਜਾਓ ਗੁਰਸਿੱਖ ਬਣਾਤੀ। ਗੁਰਸਿੱਖ ਦਾ ਵੀ ਵਾਦਿਆਂ ਇਹ ਲਾਗ ਲਾਉਣੀ ਪੈਂਦੀ ਹੈ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਦੱਸ ਦੇ। ਫੇਰ ਪੜੋ ਪੰਗਤੀ ਕੈਸੀ ਹੈ। ਮਨ ਰੇ ਸ਼ਬਦ ਤਰਹੁ ਚਿਤ ਲਾਏ। ਇਹ ਮਨਾ ਸ਼ਬਦ ਦੀ ਲਾਗ ਲੱਗ, ਸ਼ਬਦ ਨਾ ਲੱਗ। ਸਿੰਘ ਸਾਹਿਬ ਨੇ ਵੀ ਦਰਸ਼ਨ ਦਿੱਤੇ, ਬੜੀ ਖੁਸ਼ੀ ਹੈ। ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ। ਗੁਰਮੁਖ ਪਿਆਰੇ ਉਹਨਾਂ ਦੀ ਸੇਵਾ ਹੈ, ਤੱਕ ਤੇ ਆਪਣੀ ਸੇਵਾ ਵਿੱਚ ਹਾਜ਼ਰ ਹੋਏ। ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ, ਪੰਥ ਦੀ ਚੜ੍ਹਦੀ ਕਲਾ, ਏਕਤਾ ਭਾਗ ਬਖਸ਼ਿਸ਼ ਕਰਨ। ਤੇ ਮਹਾਰਾਜ ਨੇ ਕਿਰਪਾ ਕਰਕੇ ਸਿੰਘ ਸਾਹਿਬ ਜੀ ਨੂੰ ਸਿਹਤ ਜਾਬੀ ਵੀ ਬਖਸ਼ੀ। ਤੇ ਡਾਕਟਰ ਸਾਹਿਬ ਵੀ ਬੜੇ ਖੁਸ਼ ਹੋਏ। ਮੈਂ ਖਬਰ ਨੂੰ ਗਿਆ, ਕਹਿੰਦੇ ਮਹਾਰਾਜ ਦੇ ਲੋ ਆਪਰੇਸ਼ਨ ਤੋਂ ਵੀ ਨਹੀਂ, ਕਿਰਪਾ ਹੋ। ਕਿਉਂਕਿ ਮਹਾਰਾਜ ਦੇ ਘਰ ਦਾ ਜਿਹੜਾ ਸੇਵਾਦਾਰ ਆ, ਮਹਾਰਾਜ ਤਾਂ ਸਭ ਦਾ ਹੀ ਭਲਾ ਕਰਦੇ, ਤੇ ਸੇਵਾਦਾਰ ਦਾ ਤਾਂ ਪੱਖ ਲੈਂਦੇ ਹੀ ਹਨ, ਕਿਰਪਾ ਕਰੀ ਦਿੰਦੇ। ਇਸ ਵਾਸਤੇ ਕਹਿੰਦੇ ਜੇ ਤੂੰ ਸੱਚ ਨਾਲ ਲੱਗ ਜਾਏਗਾ, ਸੱਚ ਦੀ ਲਾਗ ਨਾਮ ਨਾਲ ਜੁੜ ਜਾਏਗਾ, ਤੇਰੀ ਕਲਿਆਣ ਹੋ ਜਾਏਗੀ। ਜਿਨ ਗੁਰਮੁਖ ਨਾਮ ਨਾ ਬੂਝਿਆ। ਮਹਾਰਾਜ ਕਹਿੰਦੇ ਆ, ਇਹ ਮਨਾ ਤੂੰ ਚਿੱਤ ਦੀ ਵਿਰਤੀ ਪਰਮਾਤਮਾ ਦੇ ਨਾਮ ਨਾਲ ਜੋੜ। ਜਿਹੜੇ ਨਾਮ ਨਾਲ ਜੁੜ ਗਿਆ ਸੀ ਆਰਾ ਫਿਰ ਰਿਹਾ ਆਨੰਦ ਚ। ਆਲੂ ਨੂੰ ਦੇਗ ਚਵਾਲੇ ਜਾ ਰਿਹਾ ਭਾਈ ਦਿਆਲਾ ਸਾਹਿਬ, ਸਤੀ ਦਾ ਲੋਕੜ ਬਣ ਕੇ ਅਗਨ ਭੇਟ ਆਨੰਦ ਚ। ਨਾਨਕ ਭਗਤਾਂ ਸਦਾ ਵਿਲਾਸ, ਸੁਣਿਆ ਦੁੱਖ ਪਾਪ ਦਾ। ਤੇ ਜਿਹੜੇ ਕਰ ਰਹੇ ਆ, ਮਚ ਰਹੇ ਆ, ਸੜ ਰਹੇ ਆ, ਉਹ ਅਸ਼ਾਂਤ ਆ। ਜਿਨ੍ਹਾਂ ਤੇ ਜ਼ੁਲਮ ਕੀਤਾ ਜਾ ਰਿਹਾ ਉਹ ਅਸ਼ਾਂਤ ਆ। ਉਹਨਾਂ ਕੋਲ ਬਰਕਤ ਕਿਹੜੀ ਸੀ? ਖੁੰਦ ਨਾਮ ਖਦਾਇਆ, ਸ਼ਬਦ ਨਾਲ ਜੁੜੇ ਹੋਏ ਸੀ।
ਸ਼ਬਦ ਨਾਲ ਚਿੱਤ ਦੀ ਬਿਰਤੀ ਜੁੜੀ ਹੋਈ ਸੀ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਦੱਸਦੇ ਆ ਕਿ ਉਹ ਪੁਰਸ਼ ਆਵੇਂ ਤਿੰਨ ਨੇ ਗੁਰਮੁਖਾਂ ਨੇ ਕਹਿੰਦੇ ਨਾਮ ਦੀ ਵਿਚਾਰ ਨੂੰ ਨਹੀਂ ਬੁਝਿਆ, ਹਾਂਜੀ, ਉਹਨਾਂ ਵਾਸਤੇ ਦੱਸਦੇ ਹਨ। ਜਿਨ ਗੁਰਮੁਖ ਨਾਮ ਨਾ ਬੂਝਿਆ, ਗੁਰਮੁਖਾਂ ਦੀ ਸੰਗਤ ਕਰਕੇ ਨਾਮ ਦੀ ਬਰਕਤ ਨੂੰ ਨਹੀਂ ਬੁਝਿਆ, ਨਹੀਂ ਜਾਣਿਆ ਪਛਾਣਿਆ ਹੈ। ਮਰ ਜਨਮੈ ਆਵੈ ਉਹ ਜਾਏ, ਜਿਹੜੇ ਮਨਮੁਖ ਲੋਕ ਆ, ਮਰਦੇ ਆ, ਜੰਮਦੇ ਆ, ਆਉਂਦੇ ਜਾਂਦੇ, ਘਟੀ ਜੰਤਰ ਦੀ ਨਿਆਈ ਜਿਵੇਂ ਹਲਕ ਦੀਆਂ ਟਿੰਡਾਂ ਭਰੀ ਜਾਂਦੀਆਂ, ਸਕਣੀਆਂ ਹੋਈਆਂ, ਕੋਈ ਪੁੰਨਿਆ ਪੁਨੀਆਂ ਦੇ ਆ ਗਏ, ਪਾਪ ਪਾਪੀਆਂ ਦੇ ਆ ਗਏ, ਆ ਕਦੀ ਸੁਰਗਾਂ ਵਿੱਚ, ਕਦੀ ਨਰਕਾਂ ਵਿੱਚ, ਕਬੂ ਜਿਹੜਾ ਉਹ ਚੜ੍ਹਦਾ ਹੈ, ਕਬੂ ਜਾਏ ਪਿਆਲੇ, ਲੋਭੀ ਜਿਹੜਾ ਫਿਰਨਾ ਰਹਿਤਾ ਚਾਰੇ ਗੁੰਡਾਂ ਖਾਦੇ। ਇਸ ਤਰ੍ਹਾਂ ਦੀ ਹਾਲਤ ਆ। ਉਹ ਮਰਦੇ ਆ, ਜੰਮਦੇ ਆ, ਆਉਂਦੇ ਜਾਂਦੇ ਆ, ਉਹ ਚੱਕਰ ਵਿੱਚ ਹੀ ਪੈ ਰਹਿੰਦੇ। 84 ਲੱਖ ਉਹਨਾਂ ਦਾ ਚੱਕਰ ਉਹਨਾਂ ਮਨੁੱਖਾਂ ਤੋਂ ਮੁੱਕਦਾ। ਸੁਖਦੇਵ ਵਿਆਸ ਜੀ ਦਾ ਲੜਕਾ ਹੋਇਆ, ਜਿਸ ਨੇ ਪ੍ਰੀਸ਼ਤ ਨੂੰ ਭਾਗਵਤ ਪੁਰਾਣ ਦੀ ਕਥਾ ਸੁਣਾਈ ਸੀ। ਸੁਖਦੇਵ ਉਹ ਕਹਿੰਦਾ ਮੈਨੂੰ ਆਪਣੇ ਪਿਛਲੇ 3 ਜਨਮਾਂ ਦਾ ਗਿਆਨ ਹੈ। ਕਹਿੰਦੇ ਇੱਕ ਜਨਮ 'ਚ ਮੈਂ ਦੀ ਜੂਨ 'ਚ ਗਿਆ, ਕੁੱਕਰ ਦੀ ਜੂਨ 'ਚ ਗਿਆ। ਇੱਕ ਜਨਮ ਕਹਿੰਦਾ ਮੈਂ ਖਟਮਲ ਮੰਗਣੂ ਬਣ ਗਿਆ। ਕਹਿੰਦੇ ਕੋਈ ਕਰਸਾਨ ਦੇ ਘਰ ਵਾਲੇ ਪਤੀ ਹਲ ਪਾਉਂਦਾ ਸੀ, ਉਹਦੇ ਵਾਸਤੇ ਭੋਜਨ ਲੈ ਕੇ ਜਾ ਰਹੀ ਸੀ। ਛਾਬੇ ਵਿੱਚ ਪ੍ਰਸ਼ਾਦੇ ਸਨ, ਇੱਕ ਬਾਲਟੀ ਪਾਣੀ, ਇੱਕ 'ਚ ਲੱਸੀ ਵਗੈਰਾ ਸੀ। ਕਹਿੰਦੇ ਮੈਂ ਉਹਦੇ ਕੱਪੜਿਆਂ 'ਚ ਚੜ੍ਹ ਗਿਆ, ਕਦੇ ਦੰਦੀ ਵੱਢਾਂ, ਕਿਤੇ ਡੰਗ ਮਾਰਾਂ। ਉਹ ਵਿਚਾਰੀ ਕੂਣੀਆਂ ਕਾਣੀਆਂ ਮਾਰੇ, ਬਹੁਤ ਔਖੀ ਹੋ ਗਈ। ਕਹਿੰਦੇ ਅਖੀਰ ਦੁਖੀ ਹੋਈ ਨੇ ਬਾਲਟੀਆਂ ਰੱਖੀਆਂ, ਛਾਪਾ ਲਾ ਕੇ ਯਤਨ ਕੀਤਾ ਕਿੱਥੇ ਹੈ। ਕਹਿੰਦੇ ਫਿਰ ਉਹਨਾਂ ਸਣੇ ਕੱਪੜੇ ਮੈਨੂੰ ਫੜ ਕੇ ਪਿੱਛੇ ਮਲ ਕੇ ਮਾਰ ਦਿੱਤਾ। ਕਹਿੰਦੇ ਮੈਂ ਮੰਗਣੂ ਦੀ ਜੂਨ 'ਚ ਵੀ ਗਿਆ। ਇਸ ਤਰ੍ਹਾਂ 84 ਲੱਖ ਜੂਨਾਂ 'ਚ। ਉਹ ਤਾਂ ਹੁਣ ਦੇਖੋ ਗਿਆਨੀ ਪੁਰਸ਼ ਆ, ਉਹਨੂੰ ਵਿਚਾਰ ਸੀ ਦੱਸੀ। ਮਨਮੁਖ ਉਹਨਾਂ ਬੁੱਧੀ ਤੇ ਮਾਇਆ ਦਾ ਪੜਦਾ ਪਿਆ ਹੁੰਦਾ, ਪਤਾ ਨਹੀਂ ਕਿੱਥੋਂ ਕਿੱਥੋਂ ਭਟਕਦੇ ਆਏ ਆ। ਪਰ ਮਹਾਰਾਜ ਕਹਿੰਦੇ ਜਿਹਨੇ ਗੁਰਮੁਖਾਂ ਤੋਂ ਨਾਮ ਦੀ ਵਿਚਾਰ ਨਹੀਂ ਬੁਝਿਆ, ਐਸੇ ਮਨਮੁਖ ਲੋਕ ਜੰਮਦੇ ਆ, ਮਰਦੇ ਆ, ਆਉਂਦੇ ਜਾਂਦੇ 84 ਲੱਖ ਜੂਨਾਂ ਵਿੱਚ ਫਿਰਦੇ ਹਨ। ਰਹਾਉ ਇਸਲਾਮ ਦੇ ਅਗੇ ਪਾਤਸ਼ਾਹ ਦੇ ਰਹਿ ਮੈਨੇ ਰਸਤਾ ਆਓ, ਮੈਨੇ ਆ ਜਾਓ, ਸਹੀ ਰਸਤੇ ਤੇ ਆ ਜਾਓ। ਇਹ ਇਨਸਾਨ ਭੁੱਲਿਆ ਹੋਇਆ ਨਾ, ਰਹਿ ਰਾਸ, ਇਹ ਰਾਸ ਸਹੀ ਰਸਤਾ। ਕਿਉਂਕਿ ਜਿਹੜੇ ਸੂਰਜ ਛਿਪਦਾ ਬੁਰਾਈ ਸ਼ੁਰੂ ਹੋ ਜਾਂਦੀ, ਚੋਰ ਚੋਰੀ ਵਾਲ, ਡਾਕੂ ਡਕੈਤੀਆਂ, ਜਿਹੜੇ ਅਮਲੀ ਆ ਕੇ ਅਮਲ ਵੱਲ ਤੁਰ ਪੈਂਦੇ। ਅਤੇ ਜੇ ਗੁਰਦੁਆਰੇ ਆ ਕੇ ਰਹਿ ਰਾਸ ਸੁਣੀਏ, ਉਹ ਹਲਕ ਜਿਹਾ ਹੀ ਹੁੰਦਾ ਚਸਕੇ ਦਾ, ਕੋਈ ਟਾਈਮ ਨਿਕਲ ਜਾਂਦਾ, ਬੰਦਾ ਬੁਰਾਈ ਤੋਂ ਬਚ ਜਾਂਦਾ। ਪਰ ਜੇ ਆ ਜਾਈਏ ਅਤੇ ਜੇ ਨਾ ਆਈਏ ਫਿਰ ਤਾਂ ਭਾਈ ਕੋ ਸੰਗਤ ਲਪੇਟ ਕੇ ਲੈ ਆਉਂਦੀ। ਇਸ ਕਰਕੇ ਰਹਾਓ ਟੇਕ ਦੀ ਅਸਥਾਈ ਦੀ ਪੰਗਤੀ ਦੁਆਰਾ ਮਹਾਰਾਜ ਬਖਸ਼ਿਸ਼ ਕਰਦੇ ਹਨ। ਤਨ ਸੂਚਾ ਸੋ ਆਖੀਐ, ਇਹ ਸਰੀਰ ਜਾਂ ਸੂਖਸ਼ਮ ਸਰੀਰ ਜਿਹ 'ਚ ਮਨ ਹੈ, ਕਹਿੰਦੇ ਤਾਂ ਸੁੱਚਾ ਪਵਿੱਤਰ ਕਿਹਾ ਜਾਂਦਾ ਹੈ। ਜਿਸ ਮਹਿ ਸਾਚਾ ਨਾਉ, ਜਿਹਦੇ ਵਿੱਚ ਸੱਚਾ ਨਾਮ। ਇਹ ਤਾਂ ਹੁਣ ਸਾਇੰਸਦਾਨ ਸਰੀਰ ਦੀ ਚੀੜ ਫਾੜ ਕਰਨਗੇ, ਡਾਕਟਰ ਲੋਕ, ਹੱਡੀਆਂ ਵਿੰਝ ਗੰਦ ਪਿੱਲ ਬਿਨਾਂ ਕੁਝ ਨਹੀਂ ਨਿਕਲੇਗਾ। ਤੇ ਜੇ ਨਾਮ ਦੀ ਕਮਾਈ ਕਰੀਏ, ਸਰੀਰ ਹੋ ਗਈ ਹੈ, ਪਰ ਉਸ ਸਰੀਰ ਨੂੰ ਵੀ ਲੋਕ ਸਤਿਕਾਰ ਦਿੰਦੇ, ਨਮਸਕਾਰਾਂ ਕਰਦੇ। ਅਰਸਾ ਤੀਰੇ ਜਾਂ ਸਾਧ ਭਗਤ ਰਹਿ, ਕੋਟ ਪੈ ਕੁੰਠ ਜਾਂ ਨਾਮ ਉਚਰੈ। ਕਿਉਂਕਿ ਸਰੀਰ ਵਿੱਚ ਸੇਵਾ ਦੁਆਰਾ, ਸਿਮਰਨ ਦੁਆਰਾ, ਸਤਸੰਗ ਦੁਆਰਾ ਸ਼ੁਭ ਗੁਣਾਂ ਦੀ ਜਿਹੜੀ ਖੁਸ਼ਬੂ ਪੈਦਾ ਹੁੰਦੀ ਹੈ, ਕਿ ਇਹਨੂੰ ਵੀ ਲੋਕ ਸਤਿਕਾਰ ਦੇਣ ਲੱਗ ਪੈਂਦੇ। ਮਹਾਰਾਜ ਸੱਚੇ ਪਾਤਸ਼ਾਹ ਦੇ ਸਰੀਰ ਵੀ ਉਹ ਸੁੱਚਾ ਪਵਿੱਤਰ ਕਿਹਾ ਜਾਂਦਾ ਹੈ। ਭੈ ਸੱਚ ਰਾਤੀ ਦਿਹੋਰੀ, ਇਹਦੇ ਵਿੱਚ ਸੱਚਾ ਨਾਮ, ਨਾਮ ਤੋਂ ਬਿਨਾਂ ਤਾਂ ਕੋਈ ਬਰਕਤ ਹੀ ਨਹੀਂ। ਹਾਂਜੀ, ਰਵਿਦਾਸ, ਕਬੀਰ ਸਾਹਿਬ ਇਹ ਨਾਮ ਦੁਆਰਾ ਪ੍ਰਗਟ ਹੋਏ। ਰਵਿਦਾਸ ਸਾਹਿਬ
ਆਪਣੇ ਚਮੜੇ ਦਾ ਕੰਮ ਵੀ ਕਰਦੇ ਸੀ, ਨਾਮ ਜਪਦੇ ਸੀ। ਕੋਈ ਨਵਾਬ ਆ ਗਿਆ, ਹੈਗਾ ਸ਼ਰਧਾਲੂ ਸੀ, ਮਾਰੇ ਕਿਰਪਾ ਕਰ ਦਿਓ। ਉਹ ਇਹਨਾਂ ਕੇ ਕੁੰਡੀ ਹੁੰਦੀ ਹੈ, ਚਮੜਾ ਭੇ ਕੇ ਨਰਮ ਕਰਕੇ ਫਿਰ ਅੰਬੀ ਦੇ ਨਾਲ ਛਿਲ ਛੁਲ ਕੇ ਆਪਣਾ ਕਿਰਿਆ ਕਰਦੇ ਆਰ ਹੁੰਦੀ ਕੱਢਣ ਤੋਂ ਪੜ ਲਈ। ਅੱਛਾ, ਮੌਜ ਦੇ ਮਾਲਕ ਫਕੀਰ ਲੋਕ ਹੁੰਦੇ, ਉਹ ਬੁੱਕ ਭਰਿਆ ਲਾਪੀ ਦਾ, ਤੇ ਵੱਡੇ ਬੰਦੇ ਚਲਾਕੀ ਕਰਦੇ ਨਾ ਰਾਜਨੀਤੀ। ਉਹ ਬੁੱਕ ਤਾਂ ਉਹ ਸੀ ਜਿਸ ਤਰ੍ਹਾਂ ਉਹ ਚੋਲੇ ਦੀਆਂ ਬਾਹਾਂ ਹੁੰਦੀਆਂ ਨੇ, ਉਵੇਂ ਤਾਂ ਕਰ ਲਿਆ ਵੀ ਮੈਂ ਮੂੰਹ ਨੇੜੇ ਲੈ ਗਿਆ ਤੇ ਪਾ ਲਿਆ ਬਾਹਾਂ ਦੇ ਵਿੱਚ ਇਹਦਾ ਚਮੜੇ ਵਾਲਾ ਪਾਣੀ। ਉਹ ਮੂੰਹ ਤੇ ਦਾਗ ਪੈ ਗਿਆ। ਤੇ ਜਿਹੜੀ ਉਹ ਕੋਈ ਨੌਕਰ ਚਾਕਰ ਸੇਵਾਦਾਰ ਨਹੀਂ ਸੀ, ਕਹਿਣ ਲੱਗਾ ਸਾਫ਼ ਕਰ। ਹੁਣ ਗਰੀਬ ਆਦਮੀ ਹਰ ਪਾਸੇ ਡਰਦਾ, ਉਹ ਸਾਫ਼ ਕਰਦੀ ਹੈ, ਸਾਬਣ ਥੋੜੇ ਵਰਤੇ, ਸਾਬਣ ਹੋਵੇ ਉਹਨੂੰ ਚੂਸਣ ਲੱਗ ਪਈ ਪਏ ਨੇ। ਨੌਕਰੀ ਕੱਢਣਗੇ, ਕੁੱਟਣ ਮਾਰਨਗੇ, ਤੂੰ ਸਾਫ਼ ਨਹੀਂ ਕੀਤਾ। ਉਹ ਜਦੋਂ ਚੂਸਿਆ, ਉਹ ਗੱਲ ਤਾਂ ਉਹਨਾਂ ਦੇ ਹਸਤ ਕਮਲਾਂ ਦੀ ਸ਼ੋਅ ਸੀ, ਬਸ ਕੁੰਡ ਕੁਮਾਰੀ ਹੋ ਗਈ, ਚੜ੍ਹ ਗਈ ਧਰਤੀ। ਉਹ ਦੇਖਿਆ ਵੀ ਇਹ ਕਿੱਥੋਂ? ਉਹ ਕਹਿੰਦੇ ਮਹਾਰਾਜ ਇਸ ਤਰ੍ਹਾਂ ਤੁਹਾਡੇ ਚੋਲੇ ਨੂੰ ਦਾਗ ਸੀ ਬਾਹਾਂ ਨੂੰ, ਮੈਂ ਸਾਫ਼ ਕਰੀ ਹੋਇਆ ਨੇ। ਇਹ ਡਰਦੇ ਆ, ਗਰੀਬ ਬੰਦੇ ਆ, ਇਹ ਸਾਫ਼ ਨਹੀਂ ਕੀਤਾ। ਮੈਂ ਮੂੰਹ ਪਾ ਕੇ ਚੂਸਣ ਲੱਗ ਪਈ, ਉਹਦੇ 'ਚ ਪਤਾ ਨਹੀਂ ਕੀ ਸੀ। ਆਓ ਕਹਿੰਦੇ ਅੱਛਾ ਮੈਂ ਤਾਂ ਰਹਿ ਗਿਆ। ਫਿਰ ਅਵਤਾਰ ਜੀ ਕੋ ਆ ਗਿਆ, ਮਹਾਰਾਜ ਗਲਤੀ ਹੋ ਗਈ, ਚਲਾਕੀ ਮੰਨ ਲਈ, ਚੁਸਤੀ ਚੁਸਤੀ ਹੁੰਦੇ ਨੇ, ਇਹ ਚੁਸਤ ਚਲਾਕੀ ਵੀ ਕਰਦੇ। ਕਹਿੰਦੇ ਮਹਾਰਾਜ ਮੇਰੀ ਉਹ ਚੁਸਤੀ ਪੁਸਤੀ ਨੇ ਸਾਰਾ ਕੁਝ ਗਵਾਤਾ, ਕਿਰਪਾ ਕਰ ਦਿਓ। ਕਹਿੰਦੇ ਆ ਕੁੰਡਾ ਭਾਵੇਂ ਸਾਰਾ ਹੀ ਪੀ ਲਾ, ਇਹਦੇ 'ਚੋਂ ਕੁਝ ਨਹੀਂ, ਇਹਦਾ ਕੁੰਡਾ ਭਰਿਆ ਪੀਲਾ ਭਾਵੇਂ ਸਾਰੇ। ਉਹਦਾ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸਿਓ ਦ੍ਰਿਸ਼ਟੀ ਵਿੱਚ ਸੀ, ਪਰ ਉਹ ਲੰਘ ਗਿਆ। ਕਹਿੰਦੇ ਹੁਣ ਤੈਨੂੰ ਮਿਹਨਤ ਕਰਨੀ ਪਊ, ਉਦੋਂ ਕੁਦਰਤੀ ਬਖਸ਼ਿਸ਼ ਸੀ। ਗੱਜ ਕੇ ਬੋਲੋ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ ਕਿ ਜਿੱਥੇ ਸੱਚਾ ਨਾਮ ਹੈ ਉੱਥੇ ਬਰਕਤਾਂ ਜਾਂ ਭੈ ਸੱਚ ਰਾਤੀ ਦੇਹਰੀ। ਉਹ ਦੇ ਠੀਕ ਹੈ ਜਿਹੜੀ ਗੁਰੂ ਦੇ ਭੈ ਵਿੱਚ ਰਹਿ ਕੇ ਵਜਰ ਕਰੈਤਾਂ ਤੋਂ ਬਚੀ ਰਹਿੰਦੀ ਹੈ, ਰਹਿਤਾਂ ਵਿੱਚ ਕਿਰਪਾ ਕਰਨ ਦੀ ਉਹ ਦੇਹਰੀ ਜਿਹੜੀ ਬੁੱਧੀ ਹੈ ਉਹ ਵੀ ਪਵਿੱਤਰ ਹੈ, ਜਿਹੜੀ ਗੁਰੂ ਦੇ ਭੈ ਵਿੱਚ ਰਹਿ ਕੇ ਗਿਆਨ ਵਿਚਾਰ ਅਵਸਥਾ ਨੂੰ ਗ੍ਰਹਿਣ ਕਰਦੀ ਹੈ। ਜਿਹਵਾ ਸੱਚ ਸੁਆਓ, ਜਿਹੜੀ ਜਿਹਵਾ ਤੇ ਪਰਮੇਸ਼ਰ ਦਾ ਨਾਮ ਆ ਗਿਆ, ਸੱਚੇ ਦਾ ਨਾਮ, ਉਹਨੂੰ ਸੁਆਓ ਤੇ ਸਵਾਦ ਵੀ ਹੁੰਦਾ। ਇਹ ਤਾਂ ਹੁਣ ਆਪਾਂ ਤਜਰਬਾ ਕਰਦੇ ਹਾਂ ਰੋਜ਼, ਮਿੱਠਾ ਮਿੱਠਾ ਹੋਊਗਾ, ਰਸ ਆਏਗਾ। ਇਸ ਵਾਸਤੇ ਜੇ ਪ੍ਰਸ਼ਾਦਾ ਪਾਣੀ ਵਿੱਚ ਚਵਾ ਕੇ ਛਕੋ, ਭੋਜਨ 'ਚ ਰਸ ਹੈ, ਜੋ ਮੈਂ ਬੁਰਕੀਆਂ ਨਿਗਾਲੇ ਚਲੋ ਢਿੱਡ 'ਚ ਵੀ ਪੀੜਾ ਪੈਦਾ ਕਰੂਗਾ, ਸਵਾਦ ਬਣਾ ਆਇਆ, ਉਲਟੀਆਂ ਜਾਂ ਹੋਰ ਕੋਈ ਕਾਰਨ ਬਣ ਜਾਏਗਾ। ਇਸੇ ਤਰ੍ਹਾਂ ਜਦੋਂ ਪਿਆਰ ਦੇ ਨਾਲ ਪਰਮੇਸ਼ਰ ਦਾ ਨਾਮ ਜਪਦੇ ਹਾਂ ਸੱਚੇ ਦਾ, ਤੇ ਸੁਭਾਅ ਤੁਹਾਡਾ ਸੁਭਾਅ ਪ੍ਰਯੋਜਨ ਵੀ ਪੂਰਾ ਹੋ ਜਾਂਦਾ ਤੇ ਨਾਮ ਦਾ ਸੱਚਾ ਸਵਾਦ ਵੀ ਪ੍ਰਾਪਤ ਹੁੰਦਾ ਹੈ। ਸੱਚੀ ਨਦਰ ਨਿਹਾਲੀ ਹੈ। ਫਿਰ ਨਦਰ ਤਾਂ ਸਾਰਿਆਂ ਦੀ, ਹੁਣ ਸ਼ੇਰ ਕੇ ਹਲ ਤੱਕ ਲੈ ਦੇ ਆਮ ਬੰਦੇ ਦਾ ਹੱਡ ਪਹਿਲੇ ਹੋ ਜਾਏ। ਇਸ ਤਰ੍ਹਾਂ ਬੇਸਵਾ ਕੇ ਹਲ ਦ੍ਰਿਸ਼ਟੀ ਕਰੇ, ਉਹਨੂੰ ਚਾਲ ਚੱਲਣ ਤੋਂ ਕਰਾ ਦੇਗੀ। ਦ੍ਰਿਸ਼ਟੀ 'ਚ ਵੀ ਪਾ ਲਿਆ, ਗੁਰੂ ਦੀ ਦ੍ਰਿਸ਼ਟੀ ਪੈ ਜਾਏ ਨਦਰ ਨਿਹਾਲ ਕਰ ਦਿੰਦਾ। ਇਸ ਕਰਕੇ ਕਹਿੰਦੇ ਆ ਸੱਚੀ ਨਜ਼ਰ ਨਿਹਾਲੀ ਹੈ। ਗੁਰੂ ਦੀ ਨਜ਼ਰ ਸੱਚੀ ਹੈ, ਬਾਕੀਆਂ ਦੀ ਨਜ਼ਰ ਵਿੱਚ ਬਹੁਤ ਕੂੜਾ ਆ। ਬਾਦਸ਼ਾਹ ਕਿਤੇ ਗੁਪਤ ਹੋ ਜਾ ਫਾਂਸੀ ਲਟਕਾ ਦੇਗਾ। ਇਸ ਵਾਸਤੇ ਗੁਰੂ ਕਿਰਪਾ ਕਰਦਾ, 84 ਲੱਖ ਜੂਨਾਂ ਕੱਟ ਦਿੰਦਾ। ਸੱਚੀ ਨਜ਼ਰ ਨਿਹਾਲੀ ਹੈ, ਜਿੱਥੇ ਸੱਚਾ ਸੱਚੀ ਮਿਹਰ ਦੀ ਨਜ਼ਰ ਕਰ ਦਿੰਦਾ। ਨਿਹਾਲੀ ਨੀਤ ਵਿਸ਼ੇਸ਼ ਕਰਕੇ ਹਾਲ ਦੁੱਖਾਂ ਤੋਂ ਰਹਿਤ ਕਰ ਦਿੰਦਾ ਹੈ। ਬਹੁੜ ਨਾ ਪਾਵੈ ਤਾਓ, ਔਰ ਉਹਨਾਂ ਫਿਰ ਨਰਕਾਂ ਦੇ ਵਿੱਚ ਧਰਮ ਰਾਜਾ ਉਹਨੂੰ ਤਾਓ, ਨਰਕਾਂ ਦੀ ਅੱਗ ਦਾ ਜਿਹੜਾ ਸੇਕ ਉਹ ਨਹੀਂ ਦਿੰਦਾ ਹੈ। ਸਾਚੇ ਤੇ ਪਵਨਾ ਭਇਆ। ਹੁਣ ਮਹਾਰਾਜ ਕਹਿੰਦੇ ਆ ਸੱਚਾ ਜਿਹੜਾ ਪਰਮੇਸ਼ਰ ਸੀ ਉਹ ਤਿੰਨ ਗੁਣ ਸੀ, ਮਾਇਆ ਦੇ ਪਵਨਾ, ਆਕਾਸ਼ ਹੋ ਗਿਆ, ਆਕਾਸ਼ ਤੋਂ ਹਵਾ ਹੋ ਗਈ, ਹਵਾ ਤੋਂ ਅੱਗ ਹੋ ਗਈ, ਅੱਗ ਤੋਂ ਪਾਣੀ ਹੋ ਗਿਆ, ਪਾਣੀ ਤੋਂ ਧਰਤੀ ਹੋ ਗਈ।
ਦੂਸਰੀ ਬਦਲ ਵਿੱਚ ਸਾਚੇ ਤੇ ਪਵਨਾ ਭਇਆ ਰਜੋਗੁਣ ਪੈਦਾ ਹੋ ਗਿਆ। ਫਿਰ ਜਲ ਜਿਹੜਾ ਉਹ ਤੋਂ ਸਤੋਗੁਣ ਹੋ ਗਿਆ, ਅੱਗ ਤੋਂ ਤਮੋਗੁਣ ਹੋ ਗਿਆ। ਇਹ ਤਿੰਨਾਂ ਤੱਤਾਂ ਦੁਆਰਾ ਜਿਹੜਾ ਪੰਜ ਲੈ ਲੈਣੇ, ਸੋ ਇਸ ਵਾਸਤੇ ਇਹ ਸਾਰੇ ਸੰਸਾਰ ਦੀ ਰਚਨਾ ਹੁੰਦੀ ਹੈ। ਪਵਨ ਤੇ ਜਲ ਹੋਏ, ਪਵਨ ਤੋਂ ਜਲ ਹੋ ਗਿਆ, ਜਲ ਤੋਂ ਧਰਤੀ ਵਗੈਰਾ। ਇਹ ਪੰਜਾਂ ਤੱਤਾਂ ਦੁਆਰਾ ਪੰਜ ਤੱਤ ਮਿਲਕਾਇਆ ਕੀਨੀ ਤਤ ਕਹਾਂ ਤੇ ਕੀਨ ਰੇ, ਇਹ ਸਾਰਾ ਕਰਾਉਣ ਵਾਲਾ ਉਹ ਆਪ ਹੀ ਹੈ। ਜਲ ਤੇ ਤ੍ਰਿਭਵਨ ਸਾਜਿਆ, ਇਹ ਜਿਹੜੇ ਪੰਜ ਤੱਤ ਜਾਂ ਤਿੰਨ ਗੁਣਿਆਂ 25 ਪ੍ਰਕਿਰਤੀਆਂ, ਇਹਨਾਂ ਤੋਂ ਤਿੰਨਾਂ ਭਵਨਾਂ ਦੀ ਮਾਤ ਰੂਪ ਪਤਾਲ ਸਵਰਗ ਇਹ ਸਾਜਣਾ ਕੀਤੀ ਹੈ। ਘਾਟ ਘਾਟ ਜੋਤ ਸਮੋਏ, ਸਾਰਿਆਂ ਹਿਰਦਿਆਂ ਵਿੱਚ ਉਹਦੀ ਆਤਮਾ ਰੂਪੀ ਜੋਤ ਸਮੋਏ ਸਮਾ ਰਹੀ ਹੈ। ਨਿਰਮਲ ਮੈਲਾ ਨਾ ਥੀਐ, ਜਿਹੜੀ ਆਤਮਾ ਬੜੀ ਨਿਰਮਲ ਆ, ਉਹ ਕਦੀ ਮੈਲੀ ਨਹੀਂ ਹੁੰਦੀ ਹੈ। ਸ਼ਬਦ ਰਤੇ ਪਾਤ ਹੋਏ, ਇਹਨਾਂ ਨੇ ਸ਼ਬਦ ਦੀ ਰੰਗਣ ਵਿੱਚ ਆਪਣੇ ਆਪ ਨੂੰ ਰੰਗ ਲਿਆ। ਉਹਨਾਂ ਦੀ ਐਸ ਲੋਕ ਵੀ ਪਾਤੇ ਜਿਤ ਹੁੰਦੀ ਹੈ, ਪਰ ਲੋਕ ਵਿੱਚ ਵੀ ਹੁੰਦੀ। ਨਾਨਕ ਤੇ ਮੁਖ ਜਿਲੇ ਕੀਤੀ ਛੁੱਟੀ ਨਾ, ਉਹਦਾ ਐਸ ਲੋਕ ਜੀ ਵੀ ਸੁਰਖਰੂ ਹੋ ਗਿਆ, ਪਰ ਲੋਕ ਵੀ ਸੁਰਖਰੂ ਹੋ ਗਏ। ਇਸ ਵਾਸਤੇ ਗੁਰੂ ਮਹਾਰਾਜ ਕਿਰਪਾ ਕਰ ਦਿੰਦੇ, ਬਖਸ਼ਾਂ ਕਰ ਦਿੰਦੇ ਹਨ। ਇਹੋ ਮਨ ਸਾਚ ਸੰਤੋਖਿਆ, ਜਿਹੜਾ ਮਨ ਜਦੋਂ ਸੱਚ ਆ ਜਾਂਦਾ ਨਾ, ਉੱਥੇ ਸੰਤੋਖ ਆਦਿ ਜਿਹੜੇ ਪਵਿੱਤਰ ਗੁਣ ਆ ਉਹ ਸਾਰੇ ਪ੍ਰਾਪਤ ਹੋ ਜਾਂਦੇ। ਧੰਨ ਧੰਨ ਬਾਬਾ ਖੁਦਾਲ ਸਿੰਘ ਜੀ ਮਹਾਰਾਜ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਜਾ ਰਹੇ ਸੀ ਤੇ ਗਿਆਨੀ ਸੰਤ ਸਿੰਘ ਜੀ ਵੀ ਕੁਦਰਤੀ ਆ ਗਏ। ਕਹਿਣ ਲੱਗੇ, ਗਿਆਨੀ ਜੀ ਆਪ ਬੜੇ ਵਿਦਵਾਨ ਹੋ, ਇਹ ਦੱਸੋ ਕਿ ਗਿਆਨ ਦਾ ਮਿਆਨ ਕੀ ਆ? ਕਿਉਂਕਿ ਮਿਆਨ ਤੋਂ ਬਿਨਾਂ ਤਲਵਾਰ ਨਹੀਂ ਨਾ ਰਹਿੰਦੀ। ਗਿਆਨ ਦਾ ਮਿਆਨ ਕੀ ਹੈ? ਗਿਆਨੀ ਜੀ ਚਲੇ ਗਏ। ਸੰਗਤ ਕਹਿੰਦੀ, ਮਹਾਰਾਜ ਆਪ ਜੀ ਨੇ ਪ੍ਰਸ਼ਨ ਕੀਤਾ, ਗਿਆਨੀ ਜੀ ਨੇ ਉੱਤਰ ਨਹੀਂ ਦਿੱਤਾ ਤੇ ਸੰਸਾਰ ਤਾਂ ਹੁਣੇ ਕਿਵੇਂ ਬਣਿਆ ਰਿਹਾ, ਹੁਣ ਆਪ ਕਿਰਪਾ ਕਰ ਦਿਓ। ਧੰਨ ਬਾਬਾ ਖੁਦਾਲ ਸਿੰਘ ਜੀ ਕਹਿਣ ਲੱਗੇ, ਗਿਆਨ ਦਾ ਮਿਆਨ ਸੰਤੋਖ ਹੈ। ਬੇਸੰਤੋਖੇ ਦੇ ਮਨ ਵਿੱਚ ਗਿਆਨ ਨਹੀਂ ਠਹਿਰਦਾ। ਜਿਹੜਾ ਲੋਭੀ ਬੰਦਾ ਉੱਥੇ ਗਿਆਨ ਕੀ ਖਾਣ, ਹੁਣ ਤਾਂ ਵਿਕ ਜਾਣਾ। ਉਹ ਕੁਰਸੀ ਵਾਸਤੇ ਦੁਨੀਆ ਦੇਖਦੇ ਆ ਕੀ ਕੁਝ ਕਰਦੀ ਫਿਰਦੀ ਹੈ ਇਸ ਵੇਲੇ। ਨਾ ਕੋਈ ਧਰਮ, ਨਾ ਕੋਈ ਤੁਹਾਡਾ ਕੁਰਸੀਆਂ ਲਾਉਂਦੇ ਫਿਰਦੇ, ਕੋਈ ਸਿਦਕ ਹੀ ਨਹੀਂ, ਭਰੋਸਾ ਹੀ ਨਹੀਂ। ਪਰ ਸੱਚੇ ਪਾਤਸ਼ਾਹ ਕਹਿੰਦੇ ਆ, ਜਿੱਥੇ ਆਪਣੇ ਸਾਧ ਸੰਗਤ ਜੀ ਹਾਂਜੀ ਸੰਤੋਖ ਆ ਗਿਆ ਨਾ, ਸੰਤੋਖਾ ਪਰਮ ਸੁਖਿਆ। ਯੋਗ ਦਰਸ਼ਨ ਲਿਖਿਆ ਛੋਟਾ ਜਿਹਾ ਸੂਤਰ ਹੈ, ਸਾਰੇ ਸੁੱਖਾਂ ਦਾ ਕਾਰਨ ਸੰਤੋਖ। ਬਿਨਾਂ ਸੰਤੋਖ ਭੁੱਖਾ ਨਹੀਂ ਰੱਖਦਾ। ਉਹਨਾਂ ਗੁਰਸਿੱਖਾਂ ਵਿੱਚ ਕਿੰਨਾ ਸੰਤੋਖ ਸੀ। ਬੰਦਾ ਬਹਾਦਰ ਜਿਹਦੇ ਪਕੜਿਆ ਗਿਆ, ਕੈਦ ਵਿੱਚ ਸੀ, ਉਹਨੇ ਕਿਹਾ ਵੀ ਇਹ 8 ਮਹੀਨੇ ਕਿਹੜੀ ਬਰਕਤ ਨਾਲ ਲੜਦੇ ਰਹੇ। ਕਹਿੰਦੇ ਦੇਖੀਏ, ਕਹਿੰਦੇ ਇਹਨਾਂ 'ਚ ਇਤਫਾਕ ਬਹੁਤ। ਇੱਕ ਫੁਲਕਾ ਦਿੱਤਾ, ਜਿਹੜੇ ਇੱਕ ਫੁਲਕਾ ਪ੍ਰਸ਼ਾਦਾ ਆਇਆ ਬੰਦੇ ਬਹਾਦਰ ਤੋਂ, ਉਹ ਕਹਿੰਦੇ ਜਿਹੜਾ ਸਭ ਤੋਂ ਛੋਟਾ ਬੱਚਾ ਨਾ, ਨਿਆਣੇ ਨੂੰ ਭੁੱਖ ਛੇਤੀ ਲੱਗ ਜਾਂਦੀ, ਉਹਨੂੰ ਦੇ ਦਿਓ। ਤੇ ਪਰ ਉਹ ਬੱਚੇ ਵੀ ਗੁਰੂ ਨਾਨਕ ਦੇ ਘਰ ਦੇ ਲਈ ਗਿਆਨਵਾਨ ਨਹੀਂ, ਇਹ ਘਰੇ ਗਿਆਨਵਾਨਾਂ ਦਾ। ਉਹ ਕਹਿੰਦਾ, ਮਹਾਰਾਜ ਜਿਹੜਾ ਨਾ ਜਵਾਨ ਹੁੰਦਾ ਉਹਨੂੰ ਭੁੱਖ ਜ਼ਿਆਦਾ ਲੱਗਦੀ ਹੈ। ਉਹ ਜਵਾਨ ਕੋ ਆ ਗਿਆ, ਜਿਹੜੇ ਜਵਾਨ ਕੋ ਆਇਆ, ਕਹਿੰਦੇ ਜਿਹੜਾ ਬੁੱਢਾ ਹੁੰਦਾ ਉਹਨੂੰ ਭੁੱਖ ਛੇਤੀ ਛੇਤੀ ਲੱਗਣ ਲੱਗ ਜਾਂਦੀ ਹੈ, ਇੱਕਦਮ ਹਜਮ ਨਹੀਂ ਹੁੰਦਾ। ਬਜ਼ੁਰਗ ਕੋ ਉਹ ਘੁੰਮ ਘੁਮਾ ਕੇ ਬੰਦੇ ਬਹਾਦਰ ਕੋ ਆ ਗਿਆ। ਉਹ ਕਹਿੰਦੇ ਐਂ ਕਰੋ, ਇਹਦੇ ਉਨੇ ਭੋਰੇ ਕਰ ਲਓ, ਆ ਜਿਹੜੇ ਸਾਡੀ ਪ੍ਰੀਖਿਆ ਕਰਦੇ ਇਹਨਾਂ ਨੂੰ ਵੀ ਦੇ ਦਿਓ, ਤੇ ਅੱਜ ਜਿੰਨੇ ਮੇਰੇ ਨਾਲ ਕੈਦੀ ਵੀ ਦੇ ਦਿਓ। ਕਹਿੰਦੇ ਇਹਨਾਂ ਕੋ ਆ ਬਰਕਤ, ਵੰਡ ਖਾਣਾ ਬੰਦਗੀ, ਲਿਖਾ ਖਾਣਾ ਸ਼ਰਮਿੰਦਗੀ, ਲੁਕੋ ਖਾਣਾ ਬੰਦਗੀ। ਇਹ ਗੁਰੂ ਨਾਨਕ ਸਾਹਿਬ ਦਾ ਸਿਧਾਂਤ। ਇੰਨਾ ਸੰਤੋਖ ਉਹਨਾਂ ਗੁਰਸਿੱਖਾਂ ਵਿੱਚ 300 ਸਾਲ ਬਾਅਦ ਅੱਜ ਬੰਦੇ ਬਹਾਦਰ ਦੀ ਥਾਂ ਥਾਂ ਕਥਾ ਚੱਲ ਪਈ। ਕੱਲ ਫਤਿਹਗੜ੍ਹ ਸਾਹਿਬ ਹੈ, ਮੈਂ ਕਿਹਾ ਦੇਖੋ ਟਾਈਮ ਆ
ਜਗ੍ਹਾ ਬਣੀ ਜਿੱਥੇ ਅੰਗੀਠਾ ਲਾ ਕੇ 6000 ਸਿੰਘ ਇੱਕੋ ਦਿਨ ਸੰਸਕਾਰ ਹੋਇਆ ਸੀ। ਉੱਥੇ ਲਿਖਿਆ ਨਾ ਬੋਰਡ ਫਤਿਹਗੜ੍ਹ ਸਾਹਿਬ 6000 ਸਿੰਘ ਇਕੱਠਾ ਹੀ ਸੰਸਕਾਰ। ਤੇ ਮੁਕਤਸਰ ਸਾਹਿਬ ਸਾਰਿਆਂ ਦਾ ਮਹਾਰਾਜ ਸ਼ਹੀਦ ਗਾਂਜੂ ਦਾ ਨਾਮ। ਸੋ ਇਸ ਕਰਕੇ ਸੱਚ ਤੇ ਸੰਤੋਖ, ਇਸ ਕਰਕੇ ਮਹਾਰਾਜ ਕਿਰਪਾ ਕਰਦੇ ਹਨ। ਨਦਰ ਕਰੇ ਤਿਸ ਮਾਹੇ, ਜਿਨ੍ਹਾਂ ਉੱਤੇ ਨਜ਼ਰ ਕਰ ਦਿੰਦਾ ਉਹਨਾਂ ਨੂੰ ਇਹ ਸਤ ਸੰਤੋਖ, ਇਹ ਦੇਵੀ ਜਿਹੜੇ ਸ਼ੁਭ ਗੁਣਾਂ, ਇਹ ਸਤਸੰਗੀਓ ਪ੍ਰਾਪਤ ਹੋ ਜਾਂਦੇ ਹਨ। ਪੰਜ ਭੂਤ ਸੱਚ ਭੈ ਰਤੇ, ਇਹ ਜਿਹੜੇ ਪੰਜ ਭੂਤ ਕਾਮਪੁਰ ਲੋਕ ਓਂਕਾਰ ਆ, ਆਕਾਸ਼ ਵਾਯੂ ਅਗਨੀ। ਹੁਣ ਦੇਖੋ ਧਰਤੀ ਤੋਂ ਪਾਣੀ 10 ਗੁਣਾ ਜ਼ਿਆਦਾ, ਜਿਵੇਂ ਕਿਸ਼ਤੀ ਹੁੰਦੀ ਨਾ ਪਾਣੀ ਤੇ ਕੜਾਗੀ ਆ ਦੁਆਲੇ ਪਾਣੀ ਦੀ। ਤੇ ਹੁਣ ਬੱਕਰੀ ਸਿੰਘ ਇੱਕ ਦਿਨ ਥਾਏ ਰੱਖ, ਬੱਕਰੀ ਤਾਂ ਧਰਤੀ ਹੋ ਗਈ, ਸਿੰਘ ਸ਼ੇਰ ਹੋ ਗਿਆ, ਪਾਣੀ ਡੋਬਦਾ ਨਾ, ਉਹ ਕਿਵੇਂ ਰੱਖੀ ਆ। ਤੇ ਸਾਇੰਸਦਾਨ ਕਹਿਣਗੇ ਗੁਰੂਤਾ ਖਿੱਚਣਾ, ਲਾਅ ਆਫ ਗ੍ਰੈਵੀਟੇਸ਼ਨ ਆ, ਆਕਾਸ਼ ਧਰਤੀ ਨੂੰ ਖਿੱਚਦਾ, ਧਰਤੀ ਆਕਾਸ਼ ਨੂੰ ਖਿੱਚਦੀ ਹੈ। ਹੁਣ ਸਾਇੰਸਦਾਨਾਂ ਨੂੰ ਪੁੱਛਦੇ ਆ ਕਿ ਆਕਾਸ਼ ਕਿਹਨੇ ਪੈਦਾ ਕੀਤਾ, ਧਰਤੀ ਕਿਹਨੇ ਪੈਦਾ ਕੀਤੀ, ਇਹਨਾਂ ਜਿਹੜੀ ਗੁਰੂਤਾ ਖਿੱਚ ਕਿਹਨੇ ਪੈਦਾ ਕੀਤੀ। ਉੱਥੇ ਸਾਇੰਸ ਚੁੱਪ ਹੈ, ਗੱਜ ਕੇ ਬੋਲੋ ਵਾਹਿਗੁਰੂ। ਉੱਥੇ ਇਹਨਾਂ ਕੋਲ ਤਾਂ ਨਹੀਂ ਕੋਈ ਆਕਾਸ਼ ਕਿਹਨੇ ਪੈਦਾ ਕੀਤਾ, ਧਰਤੀ ਕਿਹਨੇ ਪੈਦਾ ਕੀਤੀ, ਗੁਰੂਤਾ ਖਿੱਚ ਜਿਹੜੀ ਸੀ ਸਾਰਾ ਕੁਝ ਕਰਨ ਵਾਲਾ ਤਾਂ ਉਹ ਹੀ ਹੈ, ਉੱਧਰ ਨੂੰ ਨਹੀਂ ਤੁਰਦੇ। ਪਰ ਹੁਣ ਜਿਹੜੇ ਬਾਣੀ ਸੁਣਦੇ ਆ ਤੇ ਗੁਰੂ ਨਾਨਕ ਸਾਹਿਬ ਦਾ ਵੀ ਬਹੁਤ ਵੱਡੇ ਸਾਇੰਸਦਾਨ ਆ, ਤੇ ਸਾਨੂੰ ਤਾਂ ਉੱਥੇ ਹੈ ਹੀ ਨਹੀਂ। ਆਪਾਂ ਕਹਿੰਦੇ ਇੱਕ ਚੰਦ ਤੇ ਚਲ ਗਿਆ, ਉੱਥੇ ਚੰਦਾਂ ਸੂਰਜਾਂ ਦਾ ਕਹਿੰਦੇ ਪਤਾ ਹੀ ਨਹੀਂ ਕਿੰਨੇ ਹੈਗੇ, ਕਿਤੇ ਜਾਂਦੇ ਚੰਦ ਸੂਰ ਕਿਤੇ ਕਿਤੇ ਤੁਮ ਉਪਦੇਸ਼। ਇਸ ਵਾਸਤੇ ਪਾਤਸ਼ਾਹ ਕੀ ਕਹਿੰਦੇ ਹੀ ਰਾਮ ਕ੍ਰਿਸ਼ਨ ਇੱਕ ਹੋਇਆ, ਉਹ ਕਹਿੰਦੇ ਰਾਮ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹਨ। ਕਮਾਲ ਦੀ ਗੱਲ ਹੈ ਮਹਾਰਾਜ ਜੀ, ਐਸਾ ਅਨੁਭਵ ਹੈ। ਇਸ ਕਰਕੇ ਕਹਿੰਦੇ ਆ ਉਹਨਾਂ ਦੇ ਮਨ ਵਿੱਚ ਭਾਈ ਸੱਚ ਹੈ, ਉਸ ਜੋਤ ਨਾਲ ਜੁੜੇ ਆ। ਇਹ ਪੰਜ ਤੱਤ ਵੀ, ਇਹ ਪੰਜੇ ਵਿਕਾਰ ਵੀ ਉਹਦੇ ਭੈ 'ਚ। ਜਦੋਂ ਗੁਰੂ ਕਿਰਪਾ ਕਰਦਾ ਹੈ ਇਹ ਪੰਜ ਵਿਕਾਰ ਵੀ ਖਤਮ ਹੋ ਜਾਂਦੇ। ਕਾਮ ਕ੍ਰੋਧ ਲੋਭ ਮੋਹ ਬਿਨ ਸਜਾਇਆ ਹਮੇਕ, ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ। ਇਹ ਵੀ ਉਹਦੇ ਕਾਬੂ ਵਿੱਚ ਹੀ ਹੈ। ਇਸ ਕਰਕੇ ਜਿਹੜਾ ਭੂਤੋਂ ਬੇਮੁਖ ਹੁੰਦਾ, ਇਹ ਵੀ ਭੂਤ ਨੇ, ਉਹਨਾਂ ਦੁਆਲੇ ਮਹਾਰਾਜ ਛੱਡ ਦਿੰਦੇ ਆ। ਤੇ ਜਿਹੜੇ ਮਹਾਰਾਜ ਸ਼ਰਨ ਆ ਜਾਂਦੇ ਆ, ਉਹਨਾਂ ਨੂੰ ਖਤਮ ਕਰਕੇ ਸਤ ਸੰਤੋਖ ਦਇਆ ਧਰਮ, ਇਹ ਵਿਵੇਕ ਵਾਲੇ ਗੁਣ ਦੇ ਦਿੰਦੇ ਹਨ। ਜੋਤ ਸੱਚੀ ਮਨ ਮਾਹੇ, ਜੋਤ ਸਾਰਿਆਂ ਦੇ ਅੰਦਰ ਆ, ਪਰ ਜਿਨ੍ਹਾਂ ਦਾ ਮਨ ਮੈਲਾ ਉਹਨਾਂ ਨੂੰ ਨਜ਼ਰ ਨਹੀਂ ਆਉਂਦੀ। ਜਦੋਂ ਸਿਮਰਨ ਕਰ ਕਰਕੇ ਮਨ ਸ਼ੁੱਧ ਹੋ ਜਾਂਦਾ, ਉਹ ਨਜ਼ਰ ਆਉਣ ਲੱਗ ਪੈਂਦੀ ਹੈ। ਸਾਰਿਆਂ ਦੇ ਮਨਾਂ ਦੇ ਅੰਦਰ ਉਹ ਪਰਮਾਤਮਾ ਦੀ ਜੋਤ ਹੈ। ਨਾਨਕ ਔਗਣ ਵਿਸਰੇ, ਪਾਤਸ਼ਾਹ ਜੀ ਕਹਿੰਦੇ ਆ ਜਿਨ੍ਹਾਂ ਨੂੰ ਔਗਣ ਵਿਸਰ ਜਾਂਦੇ, ਔਗਣਾਂ ਦਾ ਤਿਆਗ ਕਰ ਦਿੰਦੇ ਹਨ। ਗੁਰ ਰਾਖੇ ਪਤ ਤਾਹੇ, ਸ਼ੁਭ ਗੁਣ ਧਾਰਦਾ ਗੁਰੂ ਮਹਾਰਾਜ। ਲੋਕ ਉਹਨਾਂ ਦੀ ਪੱਤ ਰੱਖਦੇ ਆ, ਉਹਨਾਂ ਦਾ ਪਰਦਾ ਢੱਕਦੇ ਆ, ਉਹਨਾਂ ਦੇ ਕਿਰਪਾ ਕਰਦੇ ਆ। ਸਾਡੇ ਰਾਗੀ ਸਿੰਘ ਭੋਗ ਤੋਂ ਸ਼ਬਦ ਪੜ੍ਹਦੇ ਹੁੰਦੇ ਨਾ, ਪ੍ਰੇਮ ਪਟੋਲਾ ਤੈ ਸਹਿਜ। ਕਈ ਵਾਰੀ ਤੈ ਸੋ ਪੜ੍ਹ ਲੈਂਦੇ, ਅਰਥ ਗਲਤ ਹੋ ਜਾਂਦਾ, ਔਂਕੜ ਲਾਉਣਾ। ਇਹ ਤੈਨੂੰ ਅਸੀਂ ਦਿੱਤਾ, ਪਰ ਪਾਠ ਹੈਗਾ ਪ੍ਰੇਮ ਪਟੋਲਾ ਤੈ ਸਹਿਜ ਦਿੱਤਾ। ਇਹ ਮਾਲਕ ਜੀ ਤੁਸੀਂ ਸਾਨੂੰ ਪ੍ਰੇਮ ਦਾ ਪਟੋਲਾ ਦਿੱਤਾ, ਕਾਹਦੇ ਲਈ? ਢੱਕਣ ਕੂ ਪੱਤ ਮੇਰੀ, ਸਾਡੀ ਇੱਜ਼ਤ ਕੱਜਣ। ਅਸੀਂ ਰੁਮਾਲਾ ਚੜਾ ਕੇ ਕਹਿੰਦੇ ਫਿਰ ਅਸੀਂ ਤੇਰਾ ਪੜਦਾ ਕੱਜਿਆ, ਤੂੰ ਸਾਡਾ ਕੱਜ। ਇਹ ਗਲਤ ਹੈ ਨਾ। ਪ੍ਰੇਮ ਪਟੋਲਾ ਤੈਂ ਸਹਿ ਦਿੱਤਾ, ਢੱਕਣ ਕੂ ਪੱਤ ਮੇਰੀ, ਸਾਡੀ ਇੱਜ਼ਤ ਕੱਜਣ ਵਾਸਤੇ ਤੁਸੀਂ ਪ੍ਰੇਮ ਦਾ ਪਟੋਲਾ ਦਿੱਤਾ, ਕਿਰਪਾ ਕੀਤੀ ਹੈ। ਇਸ ਕਰਕੇ ਕਹਿੰਦੇ ਆ ਗੁਰ ਰਾਖੇ ਪੱਤ ਤਾਹੇ, ਜਿਨ੍ਹਾਂ ਦੀ ਗੁਰੂ ਪੱਤ ਰੱਖਦਾ ਉਹਨਾਂ ਦੀ ਰਹਿੰਦੀ ਹੈ। ਨਹੀਂ ਤਾਂ ਅੱਜ ਦੇਖ ਲਓ ਕਿਵੇਂ ਧੂੜ ਉੱਡਦੀ, ਅਖਬਾਰਾਂ ਪੜ੍ਹ ਦੇਖ ਲਓ ਕੀ ਕੁਛ ਹੋ ਰਿਹਾ। ਹਾਂਜੀ, ਪੂਰੀ ਰਹੀ ਹੈ ਪੂਰੇ ਰਾਖੀ। ਪੂਰਾ ਜਿਹਦੀ ਇੱਜ਼ਤ ਰੱਖਦਾ ਨਾ, ਜਿਸ ਪਤ ਰੱਖਿਆ ਸੱਚਾ ਸਾਹਿਬ, ਨਾਨਕ ਮੇਟ ਨਾ ਸਕੈ ਕੋਈ। ਉਹਨਾਂ ਦੀ ਇੱਜ਼ਤ ਰੱਖਦਾ, ਪਰ ਉਹਨਾਂ ਦੀ ਇੱਜ਼ਤ ਰੋਲਣ ਵਾਸਤੇ
ਮੀਰ ਮਨੂੰ ਕਹਿਣ ਲੱਗਾ ਆ ਸਿੰਘਣੀਆਂ ਜਿਹੜੇ ਗ੍ਰਿਫਤਾਰ ਕੀਤੀਆਂ ਨੇ ਇਹਨਾਂ ਦੇ ਬਰਾਬਰ ਦੇ ਪਠਾਣਾ ਮੁਗਲਾਂ ਨਾਲ ਨਕਾਬ ਫੜਾ ਦਿੱਤਾ। ਹੁਣ ਕਿੱਥੇ ਆ ਤੁਹਾਡਾ ਗੁਰੂ ਗੋਬਿੰਦ ਸਿੰਘ? ਕਹਿੰਦੇ ਸਾਡੇ ਨਾਲ ਗੁਰ ਮੇਰਾ ਸੰਗ ਸਦਾ ਹੈ। ਹੁਣ ਉਧਰ ਮੌਲਵੀ ਕਾਜੀ ਆ ਗਿਆ, ਇਹ ਸ਼ਿਕਾਰ ਖੇਲਣ ਚੱਲਿਆ, ਇਹ ਖਾਣ ਦਾ ਲੱਚ ਸੀ ਤੇ ਜਿਹੜੇ ਗਿਆ ਇਹ ਕੇਲਾ ਆਈ ਉਹ ਮੱਥੇ 'ਚ ਵੱਜੀ, ਘੋੜਾ ਮਤਾਣਾ ਹੋ ਗਿਆ, ਉੱਤੋਂ ਡਿੱਗ ਪਿਆ, ਪੈਰ ਰਕਾਬ ਨੂੰ ਫਸ ਗਿਆ। ਉਹ ਜਿਉਂ ਦੌੜਾ ਘੜੀਸ ਕੇ ਬੋਟੀ ਕਰਕੇ ਮੀਰ ਮਨੂੰ ਮਾਰਤਾ। ਫਿਰ ਸੁਰਤ ਦੂਏ ਪਾਸ ਚਲ ਗਈ। ਕਹਿੰਦੇ ਹੈਗਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ? ਗੱਜ ਕੇ ਬੋਲੋ ਉਸ ਵਾਹਿਗੁਰੂ। ਉਹ ਹੈਗਾ, ਉਹ ਤਾਂ ਸਦਾ ਹੀ ਨਾਂ ਲਿਆ, ਗੁਰ ਮੇਰਾ ਸੰਗ ਸਦਾ ਨਾਲੇ। ਆਪਣੇ ਸੇਵਕੀ ਆਪੇ ਰੱਖੇ, ਆਪੇ ਨਾਮ ਜਪਾਵੈ, ਜਿਹਨੇ ਕਾਜ ਕਿਰਤ ਸੇਵਕੀ ਤਾਹਾਂ ਤਾਹਾਂ ਪੁੱਠ ਧਾਵੈ। ਸੇਵਕ ਹੋ ਨਿਕਟੀ ਹੋਏ ਦਿਖਾਵੇ ਦਿਖਾ ਦਿੰਦਾ। ਕਹਿੰਦੇ ਹੈਗਾ ਕਿ ਪਰ ਕਿਸੇ ਦੇ ਬਣਾਂਗੇ ਫੇਰ ਹੀ ਆ। ਤੇ ਜਿਹੜੀ ਹੁਣ ਅਵਾਰਾ ਗਾਂ ਫਿਰਦੀ ਹੈ, ਡੰਡੇ ਵੀ ਪੈਂਦੇ, ਤੇ ਜਿਹੜੀ ਕਿਲੇ ਨਾਲ ਵਧੀ ਹੈ ਉਹ ਕਿਤਾਬਾ ਵੀ ਹੁੰਦਾ। ਗਰਮੀ ਸਰਦੀ ਦਵਾਈ ਬੂਟੀ ਸਾਰਾ ਮਾਲ ਉਹਦਾ ਦੇਖ ਲੈ ਕਰਦਾ। ਇਸ ਤਰ੍ਹਾਂ ਜੇ ਗੁਰੂ ਵਾਲੇ ਬਣ ਜਾਣਗੇ ਨਾ, ਇਹ ਤਾਂ ਮਹਾਰਾਜ ਜ਼ਰੂਰ ਪੈਜ ਰੱਖਦੇ ਆ। ਤੇ ਜੇ ਅਵਾਰਾ ਘੁੰਮਾਂਗੇ ਫਿਰ ਦੇਖ ਲਓ ਅਵਾਰਾ ਪਸ਼ੂਆਂ ਦਾ ਹਾਲ ਕੀ ਹੈ। ਗੁਰੂ ਵਾਲੇ ਬਣ ਜਾਓ। ਹੰਦੂਆ ਮਗਰ ਸਿੰਘ ਹੋਏ ਰਾਮਗੜ੍ਹ, ਕਹਿੰਦੇ ਬਣ ਜਾਓ ਕਿਸੇ ਦੇ, ਜੇ ਮੁਸਲਮਾਨ ਬਣੋਗੇ ਸੁੰਨਤ ਕਰਾਉਣੀ ਪਊ। ਕਿੰਨਾ ਸਿਆਪਾ ਸਨਾਤਨੀ ਆ, ਉਹ ਹਜਾਮਤਾਂ ਭਗਣ ਛੱਡਣ ਕਿੰਨਾ। ਕਹਿੰਦੇ ਗੁਰਸਿੱਖ ਤਾਂ ਭਾਈ ਜਿਵੇਂ ਭੇਜਿਆ ਉਵੇਂ ਕਿਵੇਂ, ਕੋਈ ਨੋਟ ਬਣਾਉਣੀ ਨਹੀਂ ਪੈਂਦੀ। ਬਾਬਾ ਆਦਰ ਸਿੰਘ ਨੂੰ ਪੁੱਛਿਆ ਸੀ ਨਾ ਕਿ ਧਰਮ ਕਿਹੜਾ ਵੱਡਾ? ਕਹਿੰਦੇ 40 ਦਿਨ ਹਰ ਧਰਮ ਦੇ ਬੰਦੇ ਨੂੰ ਭੋਰੇ 'ਚ ਰੱਖੋ, ਖਾਣ ਪੀਣ ਕਿਰਿਆ ਦਾ ਪ੍ਰਬੰਧ ਕਰ ਦਿਓ। ਜਿਹੜੇ 40 ਦਿਨ ਹੋਏ ਤੇ ਸਾਰਿਆਂ ਦੇ ਰੜੇ ਦਾੜੇ ਕੇਸ, ਕਹਿੰਦੇ ਦੱਸ ਦਿਓ। ਸਿੱਖ ਅਨਾਦੀ ਹੈ, ਬਾਕੀ ਸਾਰਿਆਂ ਦੀ ਆਦਤ ਮੁੰਡਿਆ, ਕਿਉਂਕਿ ਜਿਵੇਂ ਹੁਣ ਬਣਾਇਆ ਉਵੇਂ ਹੀ ਹੈ। ਉਹ ਤਾਂ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਸੋ ਇਸ ਕਰਕੇ ਆਗਮਨ ਉਲਟ ਸਨਾਤਨ ਹੋਗਾ। ਇਹ ਸਨਾਤਨ ਜਿਹੜਾ ਪੁਰਾਤਨ ਭਾਵ ਮਨੁੱਖ ਨੇ ਤਿਆਗ ਦਿੱਤਾ ਸੀ। ਮਹਾਰਾਜ ਨੇ ਕਿਹਾ ਤੁਹਾਡਾ ਅਸਲੀ ਸਰੂਪ ਇਹ ਸੀ, ਤੁਸੀਂ ਬਣ ਕੀ ਗਏ? ਅਸਲੀ ਸਰੂਪ ਤਾਂ ਜਟਾ ਯੁਗ ਸੀ ਨਾ। ਹੁਣ ਸੀਰੀਅਲ ਤੁਸੀਂ ਰਮਾਇਣ ਦੇ ਮਹਾਂਭਾਰਤ ਦੇ ਦੇਖਦੇ ਆ, ਉਹ ਪੂਰਾ ਕਰਨ ਦੇ ਭਾਵੇਂ ਫਰਜੀ ਦਾੜੀਆਂ ਕੇਸ ਲਾਉਂਦੇ ਆ, ਲਾਉਂਦੇ ਕਿ ਨਹੀਂ? ਤੇ ਜਿਹੜੇ ਮਹਾਰਾਜ ਨੇ ਬਖਸ਼ੇ ਆ ਉਹ ਕਿਉਂ ਨਾ ਰੱਖੀਏ? ਇਹ ਕੇਸਗੜ੍ਹ ਜਿੱਥੇ ਕੇਸਾਧਾਰੀ ਖਾਲਸਾ ਪੈਦਾ ਕੀਤਾ, ਖਾਲਸੋ ਦੇ ਕੀਨਾ ਗੁਰੂ ਗੋਬਿੰਦ ਸਿੰਘ, ਹੱਕ ਨਾ ਗੁਰੂ ਗੋਬਿੰਦ ਸਿੰਘ। ਇਹ ਮਹਾਰਾਜ ਸੱਚੇ ਪਾਤਸ਼ਾਹ ਦਾ ਸਥਾਨ ਆ। ਇਸ ਪਵਿੱਤਰ ਸਥਾਨ ਤੇ ਜਿੱਥੇ ਆ ਕੇ ਆਪ ਜੀ ਰੋਜ਼ਾਨਾ ਗਿਆਨੀ ਸਿੰਘਾਂ ਤੋਂ, ਸਿੰਘ ਸਾਹਿਬ ਜੀ ਤੋਂ ਗੁਰ ਸ਼ਬਦ ਦੀ ਵਿਚਾਰ ਸਰਵਣ ਕਰਦੇ ਹੋ। ਅੱਜ ਵੀ ਮਹਾਰਾਜ ਨੇ ਇਹ ਸਾਨੂੰ ਪਵਿੱਤਰ ਸਮਾਂ ਆਪਣੀ ਗੋਦ ਵਿੱਚ ਬਹਿਣ ਦਾ ਬਖਸ਼ਿਸ਼ ਕੀਤਾ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਬਾਣੀ ਸ੍ਰੀ ਰਾਗ ਤੋਂ 19-20 ਅੰਗ ਤੇ ਜੋ ਸ਼ਬਦ ਹੈ ਵਿਚਾਰਧਾਰਾ ਸਰਵਣ ਕੀਤੀ ਹੈ। ਇਨੀਆਂ ਬੇਨਤੀ ਨੂੰ ਪ੍ਰਵਾਨ ਕਰਨੀਆਂ। ਆਈ ਸੰਗਤ ਨੂੰ ਜੀ ਆਇਆਂ। ਸਿੰਘ ਸਾਹਿਬ ਜੀ ਦਾ, ਸਾਰੇ ਪ੍ਰਬੰਧਕ ਸੇਵਾਦਾਰ, ਰਾਗੀ ਸਿੰਘ, ਗਿਆਨੀ ਸਿੰਘ, ਸਮੂਹ ਸੰਗਤਾਂ ਦਾ, ਗਿਆਨੀ ਜੀ ਦਾ ਵੀ ਧੰਨਵਾਦ ਕਿ ਬੜੇ ਖੁਸ਼ ਹੋਏ, ਕਹਿਣ ਲੱਗੇ ਮੈਂ ਪਾਠ ਨਾਲ ਪੜ੍ਹਾਂਗਾ। ਉਹ ਬੜਾ ਸ਼ੁੱਧ ਪਾਠ ਕੀਤਾ, ਇਹਨਾਂ ਦਾ ਵੀ ਧੰਨਵਾਦ। ਤੇ ਸਿੰਘ ਸਾਹਿਬ ਦੇ ਵੀ ਭਾਗਾਂ ਦਰਸ਼ਨ, ਕਿਉਂਕਿ ਜਿਵੇਂ ਵੀ ਬੜੇ ਹੁੰਦੇ ਆ, ਡਿਊਟੀਆਂ ਬੜੀਆਂ ਹੁੰਦੀਆਂ। ਸੋ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਪੇ ਹੀ ਕਿਰਪਾ ਕੀਤੀ ਹੈ ਕਿ ਆਪਣੇ ਸੇਵਾਦਾਰ ਸਿੰਘ ਸਾਹਿਬ ਜੀ ਤੋਂ ਰੂਪੇ ਦੀ ਮਹਾਰਾਜ ਨੇ ਬਖਸ਼ਿਸ਼ ਕਰਾ ਦਿੱਤੀ ਹੈ। ਮਹਾਰਾਜ ਤਾਂ ਆਪੇ ਹੀ ਕਿਰਪਾ ਕਰ ਦਿੰਦੇ, ਚੜ੍ਹਦੀਆਂ ਕਲਾਂ ਬਖਸ਼ਦੇ ਆ। ਕਿਉਂਕਿ ਸਿਰ ਪਾ ਹੁੰਦਾ ਜਿਹੜਾ ਸਿਰ ਤੋਂ ਪੈਰਾਂ ਦੀ ਇੱਜ਼ਤ ਕਰੀ। ਇੱਕ ਇੱਕ ਅੰਗੀ ਵਾਸਤੇ ਨਾ ਦਸਤਾਰ ਸੀਸ ਦੀ, ਗੁਰੂਆਂ ਦੇ ਗੱਲ ਦੀ, ਪਜਾਮਾ ਲੱਤਾਂ ਦਾ, ਜਰਾਬਾਂ ਸ਼ਰਨਾਂ ਦਾ, ਦਸਤਾਨੇ ਹੱਥਾਂ ਦਾ, ਕਮੀਜ਼ ਤਨ ਦਾ, ਸਿਰ ਪਾਓ ਜਿਹੜਾ ਸਿਰ ਤੋਂ ਪੈਰ। ਇਹ ਗੁਰੂ ਨਾਨਕ ਸਾਹਿਬ ਦੇ ਘਰ ਦੀ ਬਖਸ਼ਿਸ਼ ਹੈ। ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਸਤਿਗੁਰ ਢਾਕ ਲਿਆ ਮੋਹਿ ਪਾਪੀ ਪੜਦਾ। ਸੋ ਮਹਾਰਾਜ ਨੇ ਬੜੀ ਮਿਹਰ ਕੀਤੀ ਹੈ। ਪਾਤਸ਼ਾਹ ਜੀ
ਕਿਰਪਾ ਇਸ ਤਰ੍ਹਾਂ ਬਣਾਈ ਰੱਖਣ ਔਰ ਵਾਧੂ ਕੰਡੇ ਵਾਲਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੋ, ਪੰਥ ਦੇ ਵਫਾਦਾਰ ਰਹੋ ਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਸਾਰੀ ਸੰਗਤ ਨੂੰ ਨਾਮਦਾਨ ਸਿੱਖੀ ਦਾ ਭਰੋਸਾ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨ। ਪੰਥ ਵਿੱਚ ਏਕਤਾ, ਅਥਾਹ ਪਿਆਰ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਹਾਂਜੀ। ਪੰਜ ਭੂਤ ਸੱਚ ਭੈ ਰਤੇ, ਜੋਤ ਸੱਚੀ ਮਨ ਮਾਹੇ। ਨਾਨਕ ਔਗਣ ਵਿਸਰੇ, ਗੁਰ ਰਾਖੇ ਪਤ ਤਾਹੇ। ਇਹ ਸਤਸੰਗੀਓ ਸਤਿਗੁਰੂ ਦੀ ਕਿਰਪਾ ਕੀਤੀ, ਜਦੋਂ ਔਗਣ ਭੁਲਾ ਦਿਆਂਗੇ, ਗੁਣ ਧਾਰ ਲਾਂਗੇ, ਮਹਾਰਾਜ ਲੋਕ ਗੁਰੂ ਸਾਡੇ ਪੜਦੇ ਕੱਢਣਗੇ। ਫਿਰ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ। ਇੱਕ ਓੰਕਾਰ ਸਤਿਗੁਰ ਪ੍ਰਸਾਦ।